ਜੀ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਾਡਾ ਅਪਡੇਟ ਟਰੱਕਿੰਗ ਪ੍ਰੋਗਰਾਮ ਹੁੰਦਾ ਹੈ ਤੇ ਅੱਜ ਰਮਨ ਜੀ ਹੁਣੀ ਛੁੱਟੀ ਤੇ ਆ, ਸੋ ਆਪਾਂ ਕੋਸ਼ਿਸ਼ ਕਰਾਂਗੇ ਅਪਡੇਟ ਅਮਰੀਕਾ ਕਿਉਂਕਿ ਬਹੁਤ ਤੇਜ਼ੀ ਦੇ ਨਾਲ ਵੱਖ-ਵੱਖ ਖਬਰਾਂ ਅਮਰੀਕਾ 'ਚ ਤੇ ਦੁਨੀਆ 'ਚ ਵਾਪਰ ਰਹੀਆਂ ਉਹ ਵੀ ਸਾਂਝੀਆਂ ਕਰਾਂਗੇ। ਕੁਝ ਕੁ ਖਬਰਾਂ ਜਿਹੜੀਆਂ ਆ ਟਰੱਕਿੰਗ ਦੇ ਨਾਲ ਰਿਲੇਟਡ ਆ ਉਹ ਵੀ ਸਾਂਝੀਆਂ ਕਰਾਂਗੇ। ਜੇ ਸਾਡਾ ਕਿਸੇ ਦਾ ਭੈਣ ਭਰਾ ਦਾ ਟਰੱਕਿੰਗ ਨਾਲ ਰਿਲੇਟਡ ਕੋਈ ਖਬਰ ਸਾਂਝੀ ਕਰਨੀ ਹੋਈ ਜਾਂ ਕੋਈ ਵਿਚਾਰ ਸਾਂਝਾ ਕਰਨਾ ਹੋਇਆ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 408-272-5200 ਤੇ ਅੱਜ ਮਾਰਚ ਦੀ 6 ਤਰੀਕ ਆ, ਦਿਨ ਵੀਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 8888889914 ਦੇ ਉੱਤੇ। ਹਰਨੇਕ ਸਿੰਘ ਪਾਵਲਾ ਐਂਟਰਪ੍ਰਾਈਜ਼, ਰੈਂਟਨ ਵਾਸ਼ਿੰਗਟਨ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰਸਫੀਲਡ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਜੇ ਚਲੀਏ ਤੇ ਸਾਰੇ ਸਰੋਤਿਆਂ ਨੂੰ ਯਾਦ ਹੋਊਗਾ ਵੀ ਕਾਂਗਰਸਮੈਨ ਐਲ ਗ੍ਰੀਨ ਜਿਹੜੇ ਡੈਮੋਕ੍ਰੇਟ ਆ, ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਾਂਗਰਸ ਨੂੰ ਐਡਰੈਸ ਕਰ ਰਿਹਾ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਕਾਫੀ ਜ਼ਿਆਦਾ ਰੌਲਾ ਰੱਪਾ ਵੀ ਪਾਇਆ ਸੀ, ਵਿਰੋਧ ਵੀ ਕੀਤਾ ਸੀ। ਉਹਨਾਂ ਨੂੰ ਲੈ ਕੇ ਅੱਜ ਜੋ ਹਾਊਸ ਸਪੀਕਰ ਆ ਉਹ ਕਾਂਗਰਸ ਦੇ ਵਿੱਚ ਬਿੱਲ ਲੈ ਕੇ ਆਏ ਹੈਗੇ ਆ। ਉਸ ਬਿੱਲ ਦੇ ਤਹਿਤ ਜਿਹੜੇ ਕਾਂਗਰਸਮੈਨ ਐਲ ਗ੍ਰੀਨ ਆ ਉਹਨਾਂ ਨੂੰ ਸੈਂਸ਼ਰ ਕੀਤਾ ਗਿਆ ਹੈਗਾ। ਸੋ 10 ਡੈਮੋਕ੍ਰੇਟਸ ਨੇ ਰਿਪਬਲਿਕਨ ਦੇ ਹੱਕ ਦੇ ਵਿੱਚ ਵੀ ਵੋਟਾਂ ਪਾਈਆਂ ਹੈਗੀਆਂ। ਉਸ ਤੋਂ ਬਾਅਦ ਕਾਫੀ ਰੌਲਾ ਰੱਪਾ ਵੀ ਪਿਆ ਤੇ ਫਿਰ ਸਾਰਾ ਜਿਹੜਾ ਪ੍ਰੋਗਰਾਮ ਆ ਉਹ ਠੱਪ ਵੀ ਕਰਨਾ ਪਿਆ। ਜੀ ਬਿਲਕੁਲ। ਸੋ ਇਹ ਜਿਹੜਾ ਸੈਂਸ਼ਰ ਦਾ ਜਿਹੜਾ ਇਹੀ ਹੁੰਦਾ ਵੀ ਉਹਨਾਂ ਨੂੰ ਤਕਰੀਬਨ ਬੋਲਣ ਦੇ ਉੱਤੇ ਇੱਕ ਹਿਸਾਬ ਦੇ ਨਾਲ ਰੋਕ ਜਿਹੜੀ ਉਹ ਲਾ ਦਿੱਤੀ, ਜਿਹੜੀ ਉਹ ਗਈ ਹੈਗੀ ਆ। ਸੋ ਐਲ ਗ੍ਰੀਨ ਰਿਪਰੈਜ਼ੈਂਟੇਟਿਵ ਐਲ ਗ੍ਰੀਨ ਨੂੰ ਇੱਕ ਵਾਰੀ ਮਿਲਣ ਦਾ ਮੌਕਾ ਮਿਲਿਆ ਸੀਗਾ, ਜਦੋਂ ਯਾਦ ਹੋਣਾ ਹਰਜੋਤ ਸਿੰਘ ਜੀ ਵੀ ਇਸੇ ਸਾਲ ਦੇ ਵਿੱਚ ਜਦੋਂ 40ਵੀਂ ਜਿਹੜੇ 40 ਸਾਲ ਹੋ ਗਏ ਹਮਲੇ ਨੂੰ ਉਸ ਟਾਈਮ ਦੇ ਉੱਤੇ, ਤਾਂ ਜਦੋਂ ਅਰਦਾਸ ਦਾ ਦਿਨ ਸੀਗਾ, ਜਦ ਸੈਸ਼ਨ ਦੀ ਸ਼ੁਰੂਆਤ ਅਰਦਾਸ ਦੇ ਨਾਲ, ਸਿੱਖ ਅਰਦਾਸ ਦੇ ਨਾਲ ਹੋਈ ਸੀ, ਉਦੋਂ ਮਿਲੀ ਸੀ। ਜਦੋਂ ਲੌਬੀ 'ਚ ਬੈਠੇ ਸਿੰਘ ਸੀਗੇ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਫੋਟੋ ਆ ਉਹ ਇਹਨਾਂ ਨੇ ਜਿਹੜੇ ਰਿਪਰੈਜ਼ੈਂਟੇਟਿਵ ਐਲ ਗ੍ਰੀਨ ਨੇ ਜਿਹੜੀ ਉਹ ਖਿੱਚੀ ਸੀ ਤੇ ਖਿੱਚ ਕੇ ਬਾਅਦ 'ਚ ਆਪਣੇ ਤੱਕ ਜਿਹੜੀ ਉਹ ਪਹੁੰਚਾਈ ਸੀ। ਉਸ ਟਾਈਮ ਦੇ ਉੱਤੇ ਇਹਨਾਂ ਨੇ ਸਪੋਰਟ ਵੀ ਕੀਤੀ ਸੀ, ਉਸ ਟਾਈਮ ਦੇ ਉੱਤੇ ਮੌਕਾ ਮਿਲਿਆ ਸੀ। ਇਹ ਕੇਨ ਦੇ ਨਾਲ ਤੁਰਦੇ ਆ, ਸੋ ਥੋੜਾ ਜਿਹਾ ਲੰਗੜਾ ਕੇ ਜਿਹੜਾ ਤੁਰਦੇ ਆ। ਕੇਨ ਵੀ ਜਿਹੜਾ ਤਾਂ ਨੂੰ ਇਹਨਾਂ ਨੇ ਉਸ ਦਿਨ ਚੱਕਿਆ ਸੀ ਜਦ ਟਰੰਪ ਹੁਣੀ ਭਾਸ਼ਣ ਦੇ ਰਹੇ ਸੀਗੇ। ਉੱਦਾਂ ਜੇ ਦੇਖਿਆ ਜਾਵੇ ਤਾਂ ਪਹਿਲੇ ਵੀ ਰਾਸ਼ਟਰਪਤੀਆਂ ਦੇ ਭਾਸ਼ਣਾਂ ਦੇ ਵਿੱਚ ਖਲਲ ਪੈਂਦਾ ਰਿਹਾ ਆ, ਪਰ ਇਹ ਹੁਣ ਜਿਹੜਾ ਇਹ ਚੀਜ਼ ਹੋਈ ਆ ਵੀ ਰਿਪਬਲਿਕਨਸ ਨੇ ਜਿਹੜੇ ਡੈਮੋਕ੍ਰੇਟਸ ਨੂੰ ਪਹਿਲਾਂ ਹੀ, ਜਿਹੜੇ ਮਾਈਕ ਜੌਨਸਨ ਆ ਸਪੀਕਰ ਆ, ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਭਾਈ ਜੇ ਇੱਦਾਂ ਦਾ ਕੁਛ ਕੀਤਾ ਤੇ ਤੁਹਾਨੂੰ ਸੈਂਸ਼ਰ ਕੀਤਾ ਜਾ ਸਕਦਾ ਆ। ਸੋ ਉਹੀ ਚੀਜ਼ ਹੋਈ ਆ। ਉਸ ਦਿਨ ਤਕਰੀਬਨ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਨਕਸ਼ ਚੀਜ਼ ਤੇ ਤਾੜੀ ਮਾਰੀ, ਉਹ ਚੁੱਪ ਰਹਿ ਕੇ ਉਹਨਾਂ ਨੇ ਵਿਰੋਧ ਜਿਹੜਾ ਕਹਿੰਦੇ ਵੀ ਆਪਣੇ ਹਿਸਾਬ ਦੇ ਨਾਲ ਜਤਾਇਆ ਸੀਗਾ ਤੇ ਕੁਝ ਪੱਟੀਆਂ ਜੀਆਂ ਲੈ ਕੇ ਉੱਥੇ ਪਹੁੰਚੇ ਸੀ।
ਇੱਕ ਜਿਹੜੀ ਰਿਪਰੈਜ਼ੈਂਟੇਟਿਵ ਆ ਦਿਸ ਇਜ਼ ਨਾਟ ਨਾਰਮਲ ਦਾ ਉਹਨੇ ਪੱਟੀ ਫੜੀ ਸੀ, ਤਾਂ ਉਧਰੋਂ ਜਦੋਂ ਟਰੰਪ ਲਾਗੋਂ ਦੀ ਲੰਘੇ ਤੇ ਇੱਕ ਰਿਪਬਲਿਕਨ ਨੇ ਉਹ ਫੜ ਕੇ ਤੇ ਚੱਕ ਕੇ ਹਵਾ ਦੇ ਵਿੱਚ ਜਿਹੜੀ ਉਹ ਮਾਰੀ ਸੀ। ਸੋ ਦੈਟ ਵਾਜ਼ ਨਾਟ ਨਾਰਮਲ। ਇਹ ਜਿਹੜੀ ਚੀਜ਼ ਪੱਕੀ ਆ ਉਹ ਦੇਖਣ ਨੂੰ ਮਿਲੀ ਆ। ਸੋ ਹਾਊਸ ਨੇ ਐਕਸਪ੍ਰੈਸ਼ਨ ਕੀਤਾ ਡਿਸਅਪਰੂਵਲ ਦਾ, ਜਿਹੜੇ ਰਿਪਰੈਜ਼ੈਂਟੇਟਿਵ ਆ ਅਲ ਗ੍ਰੀਨ, ਉਹਨਾਂ ਦੇ ਉੱਤੇ ਉਹਨਾਂ ਦੀ ਇਸ ਕਾਰਵਾਈ ਨੂੰ ਜਿਹੜਾ ਉਹ ਲੈ ਕੇ, ਤੇ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਕੁਛ 10 ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਵੀ ਰਿਪਬਲਿਕਨਸ ਦਾ ਇਸ ਮਤੇ ਦੇ ਵਿੱਚ ਜਿਹੜਾ ਉਹ ਹਿੱਸਾ ਜਿਹੜਾ ਉਹ ਪਾਇਆ, ਉਹਨਾਂ ਨੇ ਸਾਥ ਜਿਹੜਾ ਇਸ ਦੇ ਵਿੱਚ ਦਿੱਤਾ ਸੀ। 77 ਸਾਲਾਂ ਨੇ ਅਲ ਗ੍ਰੀਨ, ਤੇ ਇਹ ਟੈਕਸਸ ਦੇ ਵਿੱਚ ਉੱਥੋਂ ਜਿਹੜੇ ਉਹ ਰਿਪਰੈਜ਼ੈਂਟ ਕਰਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਦਿਨ ਤੋਂ ਹੀ ਟਰੰਪ ਹੋਣਾ ਨੇ ਟੈਰਿਫ ਨੂੰ ਲੈ ਕੇ ਅਨਾਉਂਸ ਕੀਤਾ ਸੀ ਤੇ ਸਟਾਕ ਮਾਰਕੀਟ ਨੂੰ ਬਹੁਤ ਵੱਡਾ ਝਟਕਾ ਲੱਗਾ ਸੀ। ਦੋਨਾਂ ਮੁਲਕਾਂ ਕੈਨੇਡਾ ਤੇ ਮੈਕਸੀਕੋ ਤੇ ਨਾਲ ਦੀ ਨਾਲ ਚਾਈਨਾ ਨੂੰ ਅੱਜ ਇਹ ਖਬਰ ਆ ਰਹੀ ਹੈ, ਕੁਝ ਮਿੰਟ ਪਹਿਲਾਂ ਹੁਣ ਵਾਈਟ ਹਾਊਸ ਨੇ ਅਨਾਉਂਸ ਕੀਤਾ ਹੈ ਵੀ ਮੈਕਸੀਕੋ ਦੇ ਉੱਤੇ ਜਿਹੜੇ ਟੈਰਿਫਸ ਹੈਗੇ ਆ ਉਹ ਅਪ੍ਰੈਲ 2 ਤੱਕ ਡਿਲੇ ਕਰ ਦਿੱਤੇ ਗਏ ਹੈਗੇ ਆ। ਤੇ ਮੋਸਟ ਪ੍ਰੋਬਬਲੀ ਕਹਿੰਦੇ ਕੈਨੇਡਾ ਦੇ ਉੱਤੇ ਵੀ ਸਸਪੈਂਡ ਜਿਹੜੇ ਆ ਟੈਰਿਫ ਸਸਪੈਂਡ ਕੀਤੇ ਜਾਣਗੇ। ਕਮਰਸ ਸੈਕਟਰੀ ਹਾਵਰਡ ਲਟਨਿਕ ਉਹਨਾਂ ਨੇ ਅੱਜ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਬੁੱਧਵਾਰ ਜਾਣੀ ਕਿ ਕੱਲ ਕਾਰ ਮੇਕਰਸ ਦੇ ਜਿਹੜੇ ਪਾਰਟਸ ਹੁੰਦੇ ਆ 25% ਉਹਨਾਂ ਦੇ ਉੱਤੇ ਜਿਹੜਾ ਟੈਕਸ ਲਾਇਆ ਸੀ, ਉਹ ਕਿਹਾ ਗਿਆ ਸੀ ਵੀ ਨਹੀਂ, ਉਸ ਨੂੰ ਅਸੀਂ ਜਿਹੜਾ ਆ ਰਿਮੂਵ ਕਰਨ ਜਾ ਰਹੇ ਹੈਗੇ ਆ। ਸੋ ਮੋਸਟ ਪ੍ਰੋਬਬਲੀ ਕਹਿੰਦੇ ਵੀ USMCA ਜਿਹੜਾ ਇਹਨਾਂ ਦਾ ਯੂਨਾਈਟਿਡ ਸਟੇਟ ਮੈਕਸੀਕੋ ਕੈਨੇਡਾ ਐਗਰੀਮੈਂਟ ਹੋਇਆ ਸੀ ਪਹਿਲੇ ਟਰਮ ਦੇ ਦੌਰਾਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ। ਸੋ ਉਸ ਦੇ ਅਧੀਨ ਹੀ ਇਹ ਅਪ੍ਰੈਲ 2 ਤੱਕ ਹੁਣ ਜੋ ਟੈਰਿਫ ਲਾਏ ਗਏ ਆ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ। ਹੁਣ ਤੁਸੀਂ ਲਾ ਲਓ ਵੀ ਯੂਟਰਨ ਦੀ ਸਰਕਾਰ ਇਸ ਟਾਈਮ ਚੱਲ ਰਹੀ ਆ। ਰਾਸ਼ਟਰਪਤੀ ਟਰੰਪ ਹੁਣਾਂ ਨੇ 2 ਵਾਰੀ ਇਦਾਂ ਜਿਹੜਾ ਉਹ ਕਰਕੇ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਵੀ ਇਹਦੇ ਨਾਲ ਅਸਰ ਜਿਹੜਾ ਉਹ ਬੈਡ ਹੋਊਗਾ। ਬਾਂਹ ਮਰੋੜ ਰਹੇ ਆ, ਬਾਂਹ ਮਰੋੜ ਕੇ ਉਹ ਉਧਰੋਂ ਹੁਣ ਉਹਨਾਂ ਨੇ ਮਰੋੜਨੀ ਸ਼ੁਰੂ ਕਰਤੀ, ਤੇ ਅਸਰ ਜਿਹੜਾ ਉਹ ਦੋਨੋਂ ਪਾਸੋਂ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ। ਸੋ ਪਹਿਲੀ ਟਰਮ ਦੇ ਵਿੱਚ ਬਹੁਤੇ ਜਿਹੜੇ ਸਰਕਾਰਾਂ ਸੀਗੀਆਂ, ਬਹੁਤੇ ਮੁਲਕ ਆ, ਉਹਨਾਂ ਨੇ ਦੇਖਿਆ ਵੀ ਰਾਸ਼ਟਰਪਤੀ ਟਰੰਪ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ, ਵੀ ਇਹ ਅੱਖਾਂ ਦਿਖਾਉਂਦੇ ਆ ਜਾਂ ਅੱਗੇ ਵਾਰ ਕਰਦੇ ਆ। ਸੋ 2 ਵਾਰੀ ਜਿਹੜੇ ਟੈਰਿਫ ਆ ਲਾ ਕੇ ਵਾਪਸ ਲੈਣ ਵਾਲੀ ਗੱਲ ਤਕਰੀਬਨ ਜਿਹੜੀ ਉਹ ਬਣ ਚੁੱਕੀ ਆ। ਸੋ ਕਹਿੰਦੇ ਵੀ ਲੋ ਵੈਲਿਊ ਸ਼ਿਪਮੈਂਟਸ ਆ, ਉਹਨਾਂ ਦੇ ਉੱਤੇ ਮੈਕਸੀਕੋ ਤੋਂ ਜਿਹੜੀਆਂ ਆ ਰਹੀਆਂ ਉਸ ਤੋਂ ਪਹਿਲਾਂ ਹੀ ਜਿਹੜੀਆਂ ਉਹਨਾਂ ਨੇ ਉਹਦੇ ਉੱਤੋਂ ਟੈਰਿਫ ਜਿਹੜੇ ਉਹ ਹਟਾ ਦਿੱਤੇ ਆ। ਜੇ ਐਤਵਾਰ ਨੂੰ ਜਿਹੜੀ ਉੱਥੋਂ ਦੀ ਰਾਸ਼ਟਰਪਤੀ ਕਲੌਡੀਆ ਸ਼ੈਨਬਾਉਮ ਆ, ਉਸ ਨੇ ਐਲਾਨ ਜਿਹੜਾ ਉਹ ਕਰਨਾ ਸੀਗਾ ਵੀ ਇਹਨਾਂ ਟੈਰਿਫ ਦਾ ਜਵਾਬ ਕਿੱਦਾਂ ਦੇਣਾ ਸੀ। ਕੈਨੇਡਾ ਨੇ ਤਾਂ ਆਉਂਦੇ ਸਵੇਰ ਚੜ੍ਹਦੇ ਸੂਰਜ ਚੜ੍ਹਦੇ ਹੀ ਐਲਾਨ ਕਰ ਦਿੱਤਾ ਸੀ ਵੀ ਤੁਹਾਡੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਪਊਗਾ। ਇਹ ਸਾਰੇ ਮਾਮਲੇ ਦੇ ਵਿੱਚ ਇਹਨਾਂ ਤਿੰਨਾਂ ਮੁਲਕਾਂ ਦੇ ਇਹਨਾਂ ਸਮਝੌਤਿਆਂ ਦੇ ਉੱਤੇ ਦਰਾਰ ਜਿਹੜੀ ਉਹ ਬਹੁਤ ਆ। ਸੋ ਕਾਲੇ ਬੱਦਲ ਕਹਿ ਸਕਦੇ ਆ ਵੀ ਉਹ ਪੂਰੀ ਤਰ੍ਹਾਂ ਜਿਹੜੇ ਉਹ ਛਾ ਰਹੇ ਨੇ। ਸੋ ਇਹ ਰਿਲੇਸ਼ਨਸ ਕਿਸ ਪਾਸੇ ਵੱਲ ਨੂੰ ਜਿਹੜੇ ਉਹ ਜਾਣਗੇ ਉਹ ਦੇਖਣ ਵਾਲੀ ਗੱਲ ਆ। ਬਹੁਤ ਸਾਰੇ ਲੋਕ ਕਹਿੰਦੇ ਵੀ ਉਹ ਅਸੀਂ ਵੀ ਇੰਨੇ % ਲਾਉਂਦੇ ਆ, ਉਹ 200-300% ਜਿਹੜਾ ਉਹ ਲਾ ਰਹੇ ਆ। ਪਰ ਅਮਰੀਕਾ ਦੇ ਵਿੱਚ ਸਸਤੀ ਚੀਜ਼ ਆ ਇਸੇ ਕਰਕੇ ਰਹੀ ਆ ਵੀ ਜੇ ਤੇਰੇ ਟੈਰਿਫ ਘੱਟ ਆ, ਕੰਜ਼ਿਊਮਰਿਜ਼ਮ ਜਿੰਨਾ ਕੁ ਜ਼ਿਆਦਾ ਅਮਰੀਕਾ ਦੇ ਵਿੱਚ ਆ, ਜਾਂ ਤਾਂ ਅਮਰੀਕੀ ਲੋਕ ਆਪਣੀਆਂ ਹੁਣ ਆਦਤਾਂ ਬਦਲਣ, ਉਹ ਹਾਲ ਦੀ ਘੜੀ ਕੋਈ ਬਦਲ ਨਹੀਂ ਸਕਦੀਆਂ ਰਾਤੋਂ ਰਾਤ, ਜਾਂ ਫਿਰ ਕਹਿਣ ਵੀ ਇੱਥੇ ਜਿਹੜੀਆਂ ਫੈਕਟਰੀਆਂ ਜਿਹੜੀਆਂ ਅਚਨਚੇਤੇ ਜਿਹੜੀਆਂ ਉਹ ਲੱਗ ਜਾਣ, ਉਹ ਵੀ ਰਾਤੋਂ ਰਾਤ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਜਿਹੜੀ ਉਹ ਨਹੀਂ ਹੋਣੀ। ਇਟਸ ਅ ਸਲੋ ਪ੍ਰੋਸੈਸ। ਜਿਸ ਤਰੀਕੇ ਦੇ ਨਾਲ ਇਹ ਸਾਰੀ ਮੈਨੂਫੈਕਚਰਿੰਗ ਤੇ ਸਮਾਨ ਬਾਹਰਲੇ ਮੁਲਕਾਂ 'ਚ ਗਿਆ, ਉਹ ਕਿਉਂ ਗਿਆ? ਕਾਰਪੋਰੇਟਸ ਨੇ, ਕਾਰਪੋਰੇਸ਼ਨਸ ਨੇ, ਉਹਨਾਂ ਨੂੰ ਤਾਂ ਅੰਡਰਲਾਈਨ ਜਿਹੜੀ ਬਾਟਮ ਲਾਈਨ ਦੇ ਨਾਲ ਮਤਲਬ ਆ ਨਾ, ਵੀ ਸਾਨੂੰ ਜਿਹੜਾ ਮੁਨਾਫਾ ਕਿਹਦੇ ਨਾਲ ਹੁੰਦਾ ਆ। ਕਿਸੇ ਨੇ ਦੇਣੇ ਇੱਥੇ $16 $20 ਘੰਟੇ ਦੇ, ਤੇ ਉਹ ਉੱਥੇ ਫੈਕਟਰੀਆਂ 'ਚ ਲੋਕਾਂ ਤੋਂ ਕੰਮ ਕਰਾਉਣਾ? ਨਹੀਂ, ਉਹਨਾਂ ਨੇ ਉੱਥੇ ਹੀ ਕੰਮ ਕਰਾਉਣਾ ਜਿੱਥੇ ਉਹਨਾਂ ਨੂੰ $1-2 ਦੇ ਵਿੱਚ ਜਿਹੜਾ ਬੰਦਾ ਆ ਉਹ ਮਿਲਣਾ ਹੈ ਘੰਟੇ ਦਾ, ਤੇ ਉੱਥੋਂ ਉਹਨਾਂ ਨੇ ਉਹ ਕੰਮ ਕਰਾਉਣੇ ਆ। ਸੋ ਉਹ ਕੰਪਨੀਆਂ ਤੋਂ ਇਹ ਤੁਸੀਂ ਉਮੀਦ ਰੱਖਦੇ ਹੋ ਵੀ ਉਹ ਸ਼ਾਇਦ ਵਾਪਸ ਆ ਜਾਣਗੀਆਂ ਭੱਜ ਦੌੜ ਕੇ ਇਹਨਾਂ ਟੈਰਿਫਸ ਤੇ ਜਿਹੜੇ ਚੱਕਰ ਦੇ ਵਿੱਚ। ਆਈ ਥਿੰਕ ਫਿਰ ਆਪਾਂ ਕਿਸੇ ਭੁਲੇਖੇ ਦੇ ਵਿੱਚ ਰਹਿ ਰਹੇ ਹੋਵਾਂਗੇ। ਹੁਣ ਮੇਕ ਅਮਰੀਕਾ ਗ੍ਰੇਟ ਅਗੇਨ ਤੇ ਜਿਹੜੇ ਹੈਟ ਆ, ਟੋਪੀਆਂ ਆ, ਉਹ ਵਿਕ ਰਹੀਆਂ ਆ। ਟਰੰਪ ਹੁਣਾਂ ਦੀ ਜਿਹੜੀ ਆ ਉਹ ਉਹਨਾਂ ਦੀ ਖਾਸੀ ਜਿਹੜੀ ਲੋਕਪ੍ਰਿਯਤਾ ਹੈਗੀ ਆ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਉਹ ਕਹਿੰਦੇ ਲਿਖਿਆ ਕੀ ਉਹਦੇ ਪਿੱਛੇ, ਡਿਜ਼ਾਈਨ ਇਨ ਅਮਰੀਕਾ ਤੇ ਮੇਡ ਇਨ ਚਾਈਨਾ। ਉਹ ਆਪ ਜਿਹੜੀਆਂ ਮੇਕ ਅਮਰੀਕਾ ਗ੍ਰੇਟ ਅਗੇਨ ਆ ਉਹ ਚਾਈਨਾ ਤੋਂ ਬਣ ਕੇ ਆਉਂਦੀਆਂ, ਉਹ ਇੱਥੋਂ ਕਿਉਂ ਨਹੀਂ ਮੈਨੂਫੈਕਚਰ ਕਰ ਰਹੇ? ਕਿਉਂ ਲੋਕਾਂ ਨੂੰ ਇੱਥੋਂ ਜਿਹੜੀਆਂ ਉਹ ਬਣਾ ਕੇ ਨਹੀਂ ਵੇਚਦੇ?
ਉਹ ਥੋੜ੍ਹਾ ਜਿਹਾ ਆਪ ਤਾਂ ਕਰਨ, ਜਾਂ ਰਾਸ਼ਟਰਪਤੀ ਟਰੰਪ ਜਾਂ ਉਹਨਾਂ ਦੇ ਨਜ਼ਦੀਕੀ ਇੰਨੇ ਜਿਹੜੇ ਬਿਲੀਅਨਰਸ ਆ, ਉਹ ਜਿਹੜਾ ਸਮਾਨ ਆ ਉਹ ਆਪਣੀਆਂ ਫੈਕਟਰੀਆਂ ਪਹਿਲਾਂ ਇੱਥੋਂ ਮੂਵ ਕਰਨ, ਥੋੜ੍ਹਾ ਜਿਹਾ ਦਿਖਾਉਣ ਵੀ ਹਾਂ ਭਾਈ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰਨ ਜਾ ਰਹੇ ਆ। ਸੋ ਹਾਲ ਦੀ ਘੜੀ ਟ੍ਰੇਡ ਵਾਰ ਦੇ ਚੱਲਦਿਆਂ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਫੈਸਲਾ ਲਿਆ ਆ ਵੀ ਉਹ ਜਿਹੜੇ ਕੁਛ ਟੈਰਿਫਸ ਆ ਕੁਛ ਇਲਾਕੇ, ਕੁਛ ਹਿੱਸੇ ਦੇ ਉੱਤੇ, ਉਤਪਾਦ ਦੇ ਕੁਛ ਹਿੱਸੇ ਦੇ ਉੱਤੇ ਲੋ ਵੈਲਿਊਜ਼ਡ ਜਿਹੜੇ ਗੁੱਡਸ ਆ ਉਹਨਾਂ ਦੇ ਉੱਤੇ ਉਹਨਾਂ ਨੂੰ ਵਾਪਸ ਜਿਹੜਾ ਉਹ ਲੈ ਰਹੇ ਆ। ਸੋ ਟਰੰਪ ਹੁਣਾਂ ਦੇ ਇਸ ਤਰੀਕੇ ਦੇ ਨਾਲ ਪੱਤੇ ਦਿਖਾ ਕੇ ਵਾਪਸ ਲੈਣਾ, ਇਹਦੇ ਨਾਲ ਕੀ ਹੋਰ ਜਿਹੜਾ ਇੱਕ ਇਸ਼ਾਰਾ ਜਾਂਦਾ ਹੈ ਬਾਕੀ ਮੁਲਕਾਂ ਦੇ ਉੱਤੇ, ਕੀ ਬਾਕੀ ਮੁਲਕ ਹਰਜੋਤ ਸਿੰਘ ਜੀ ਇਹਦੇ ਵਿੱਚ ਫਿਰ ਸੋਚਦੇ ਹੋਣਗੇ ਵੀ ਇਹ ਕਿਤੇ ਕਮਜ਼ੋਰ ਤਾਂ ਨਹੀਂ ਅੰਦਰ ਖਾਤੇ, ਵੀ ਇਹ ਸਿਰਫ ਅੱਖਾਂ ਹੀ ਦਿਖਾਉਂਦੇ ਨੇ, ਜਾਂ ਕੰਟੀਨਿਊਸਲੀ ਜਿਹੜਾ ਉਹ ਲਾ ਸਕਦੇ। ਪਰ ਉਹਨਾਂ ਨੂੰ ਟਰੰਪ ਹੁਣਾਂ ਨੂੰ ਇਹ ਵੀ ਪਤਾ ਆ ਵੀ ਇਹਨਾਂ ਟੈਰਿਫਸ ਦੇ ਨਾਲ ਇਵੈਂਚੁਅਲੀ ਜੇ ਲੋਕਾਂ ਦੇ ਉੱਤੇ ਬੈਡ ਅਸਰ ਹੁੰਦਾ ਆ ਤਾਂ ਲੌਂਗ ਟਰਮ ਦੇ ਵਿੱਚ ਲੋਕ ਇਕੋਨਮੀ ਨੂੰ ਜਿਹੜੇ ਏਡੀ ਜਲਦੀ ਭੁੱਲਦੇ ਨਹੀਂ। ਬਾਈਡਨ ਹੁਣਾਂ ਦੀ ਹਾਰ ਦਾ ਸਭ ਤੋਂ ਵੱਡਾ ਜਿਹੜਾ ਇੱਕ ਕਾਰਨ ਆ ਉਹ ਇਕਨੋਮਿਕ ਕੰਡੀਸ਼ਨਸ ਜਿਹੜੀਆਂ ਉਹ ਸੀਗੀਆਂ। ਜੀ ਸੋ ਇਹਨਾਂ ਟੈਰਿਫਸ ਨੂੰ ਹਾਲ ਦੀ ਘੜੀ ਕੁਝ ਉਤਪਾਦ ਦੇ ਉੱਤੇ ਉਹਨਾਂ ਨੇ ਵਾਪਸ ਲੈ ਲਿਆ ਹੈਗਾ। ਟਰੱਕਿੰਗ ਦੇ ਉੱਤੇ ਇਹਦਾ ਬਹੁਤ ਵੱਡਾ ਅਸਰ ਪੈਣਾ ਸੀ। ਆਪਾਂ ਕੁਝ ਮਿੰਟਾਂ 'ਚ ਤੁਹਾਡੇ ਨਾਲ ਉਹ ਸਾਂਝਾ ਕਰਾਂਗੇ। ਉਸ ਤੋਂ ਪਹਿਲਾਂ USA ਦੇ ਵਿੱਚ ਅੱਜ ਵੀ ਜਿਹੜੀ ਸਟਾਕ ਮਾਰਕੀਟ ਆ, ਡਾਓ ਜੋਨ ਇੰਡਸਟਰੀਅਲ ਲਗਭਗ 0.9% ਡਾਊਨ ਆ, S&P ਇੰਡੈਕਸ 1.55% ਡਾਊਨ ਆ, ਨੈਸਡੈਕ ਵੀ 2.03% ਡਾਊਨ ਆ, ਕਿਉਂਕਿ ਮਾਰਕੀਟ ਸ਼ੇਕੀ ਬਹੁਤ ਆ ਟੈਰਿਫਸ ਨੂੰ ਲੈ ਕੇ, ਕਿਉਂਕਿ ਇਹਦਾ ਬਹੁਤ ਜ਼ਿਆਦਾ ਅਸਰ ਆਮ ਲੋਕਾਂ ਦੇ ਉੱਤੇ ਪੈਣਾ ਆ। ਇਹ ਗੌਰਮੈਂਟ ਨੂੰ ਕਿਸੇ ਨੂੰ ਨਹੀਂ ਹੈ ਕਿ ਜਿਹੜਾ ਟੈਰਿਫ ਆ ਇਹ ਗੌਰਮੈਂਟ ਦੇ ਉੱਤੇ ਨਹੀਂ ਲੱਗਦਾ, ਇਹ ਜਿਹੜੇ ਲੋਕ ਇੰਪੋਰਟ ਕਰਦੇ ਹੈਗੇ, ਜਿਹੜੇ ਸਮਾਨ ਲਿਆਉਂਦੇ ਆ, ਉਹਨਾਂ ਦੇ ਉੱਤੇ ਲੱਗਣਾ ਹੈਗਾ ਆ। ਤੇ ਜਿਹੜੀ US ਦੇ ਵਿੱਚ ਜੌਬ ਮਾਰਕੀਟ ਦੀ ਗੱਲ ਕਰਦੇ ਜਾਈਏ ਜੀ, ਬਹੁਤ ਨੈਗੇਟਿਵ ਪਾਸੇ ਵੱਲ ਚੱਲ ਰਹੀ ਆ। US EMPLOYERS ਨੇ ਹੋਰ ਜੌਬਸ ਕੱਟ ਕੀਤੀਆਂ ਹੈਗੀਆਂ ਪਿਛਲੇ ਮਹੀਨੇ, ਤੇ 2009 ਤੋਂ ਬਾਅਦ ਸੋ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ 15 ਸਾਲ 16 ਸਾਲ ਬਣ ਗਏ, ਇੰਨੇ ਚਿਰਾਂ ਬਾਅਦ ਇੰਨੀਆਂ ਜ਼ਿਆਦਾ ਜੌਬਸ ਘੱਟ ਹੋਈਆਂ ਹੈਗੀਆਂ। ਕਹਿੰਦੇ ਵੀ 1,72,017 ਜੌਬਸ ਪਿਛਲੇ ਮਹੀਨੇ ਜਾਣੀ ਕਿ ਫਰਵਰੀ ਵਿੱਚ ਘੱਟ ਹੋਈਆਂ, ਜੋ ਕਿ 103% ਇਨਕਰੀਜ਼ ਆ ਪਿਛਲੇ ਸਾਲ ਨਾਲੋਂ, ਤੇ ਹਾਈਐਸਟ ਹੈਗਾ ਆ ਫਰਵਰੀ 2009 ਨਾਲੋਂ। ਚੈਲੰਜਰ ਗਰੇ ਤੇ ਕ੍ਰਿਸਮਸ ਇਹ ਇੱਕ ਕੰਪਨੀ ਹੈਗੀ ਆ ਜਿਨ੍ਹਾਂ ਨੇ ਡਾਟਾ ਇਹ ਰਿਲੀਜ਼ ਕੀਤਾ ਹੈਗਾ। ਕਹਿੰਦੇ ਭਈ ਇਹਦੇ ਨਾਲ, ਕਿਉਂਕਿ ਆਪਾਂ ਨੂੰ ਪਤਾ ਗੌਰਮੈਂਟ ਦੇ ਵਿੱਚ ਜਿਹੜੀਆਂ ਫੈਡਰਲ ਦੀਆਂ ਏਜੰਸੀਜ਼ ਆ, 17 ਦੇ ਕਰੀਬ ਫੈਡਰਲ ਏਜੰਸੀਜ਼ ਆ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੱਟ ਹੋਇਆ ਹੈਗਾ। 80,000 ਦੇ ਕਰੀਬ ਲੋਕਾਂ ਨੇ ਰਿਜ਼ਾਈਨ ਵੀ ਕਰ ਦਿੱਤਾ ਹੈਗਾ। 62,242 ਜੋ 17 ਫੈਡਰਲ ਏਜੰਸੀਜ਼ ਦੇ ਵਿੱਚ ਕੱਟ ਹੋਇਆ ਹੈਗਾ, ਇਹ 41,311% ਇਨਕਰੀਜ਼ ਆ ਜੇ ਫੈਡਰਲ ਗਵਰਨਮੈਂਟ ਦੇ ਵਿੱਚ ਦੇਖਿਆ ਜਾਵੇ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਖਤਮ ਕਰਨ ਦੇ ਲਈ ਜਾਰੀ ਕਰਨਾ ਸੀ ਇੱਕ ਆਪਣਾ, ਬਿਲਕੁਲ, ਤੇ ਉਹਦੇ ਉੱਤੇ ਹੁਣ ਰੁਕ ਗਏ ਹੈਗੇ ਆ। ਸੋ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਜੇ ਸਲੈਸ਼ ਹੀ ਕਰ ਦਿੱਤਾ ਜਾਂਦਾ, ਸੋ ਫੈਡਰਲ ਲੈਵਲ ਦੇ ਉੱਤੇ, ਹਾਲਾਂਕਿ ਠੀਕ ਆ, ਉਹ ਕਹਿੰਦੇ ਵੀ ਸਟੇਟਸ ਦਾ ਮਸਲਾ ਹੋਣਾ ਚਾਹੀਦਾ, ਪਰ ਜਿਹੜੇ ਲੋਕਾਂ ਨੂੰ ਸਟੂਡੈਂਟਸ ਨੂੰ ਲੋਨ ਮਿਲਦੇ ਸੀ ਉਹਨਾਂ ਦਾ ਕੀ ਸਿਚੁਏਸ਼ਨ ਹੋਊਗੀ। ਸੋ ਅੱਜ ਉਹ ਵੀ ਉਹਨਾਂ ਨੇ ਡਿਲੇ ਕਰ ਦਿੱਤਾ ਹੈਗਾ। ਜੀ, ਕੱਲ ਜਿਹੜਾ ਵੈਟਰਨ ਅਫੇਅਰਸ ਦੇ ਇੰਟਰਨਲ ਮੈਮੋ ਤੋਂ ਪਤਾ ਲੱਗਾ 80,000 ਛਾਂਟੀ ਉੱਥੇ ਕਰਨੀ ਆ। ਉਧਰ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਤੋਂ ਇਹ ਖਬਰ ਆ ਰਹੀ ਆ ਵੀ 7,000 ਜੌਬ ਕੱਟਸ ਉਸ ਏਜੰਸੀ 'ਚ ਹੋਣ ਜਾ ਰਹੀਆਂ। 10 ਰੀਜਨਲ ਸੈਂਟਰਸ ਦੇ ਵਿੱਚੋਂ ਉਹਨਾਂ 6 ਚੋਂ 7,000 ਜੌਬਾਂ ਜਿਹੜੀਆਂ ਆ ਉਸ ਵਿੱਚ ਜਿਹੜੀ ਕਟੌਤੀ ਹੋਊਗੀ। ਜਿਹੜੀ ਫੈਡਰਲ ਵਰਕਫੋਰਸ ਆ ਉਸ ਨੂੰ ਡਾਊਨ ਸਾਈਜ਼ ਕਰਨ ਦੇ ਲਈ ਜਿਹੜਾ ਇਹ ਕਦਮ ਆ ਉਹ ਲਗਾਤਾਰ ਚੱਲ ਰਹੇ ਆ। ਉਧਰ US ਡਿਸਟ੍ਰਿਕਟ ਜੱਜ ਐਮੀ ਬਰਮਨ ਜੈਕਸਨ, ਉਹਨਾਂ ਨੇ ਇੱਕ ਪਰਮਾਨੈਂਟ ਇੰਜੰਕਸ਼ਨ ਲਾ ਦਿੱਤਾ। ਜਿਹੜਾ ਸਪੈਸ਼ਲ ਕਾਉਂਸਲ ਹੈਮਪਟਨ ਡਲਿੰਜਰ ਆ, ਉਹਨਾਂ ਨੂੰ ਮੁੜ ਦੁਬਾਰਾ ਉਹ ਕਹਿੰਦੇ ਵੀ ਉਹਨਾਂ ਦੀ ਪੋਜੀਸ਼ਨ ਦੇ ਉੱਤੇ ਅਪਾਇੰਟ ਕਰੋ। ਟਰੰਪ ਹੁਣਾਂ ਨੇ ਇੱਕ ਫੈਡਰਲ ਵਾਚਡੌਗ ਏਜੰਸੀ ਦਾ ਜਿਹੜਾ ਹੈੱਡ ਆ ਉਸ ਨੂੰ ਬਗੈਰ ਕਿਸੇ ਕਾਰਨ ਤੋਂ ਉਹਨੂੰ ਲਾ ਦਿੱਤਾ ਸੀ, ਫਾਇਰ ਕਰ ਦਿੱਤਾ ਸੀਗਾ। ਸੋ ਇਹ ਹੁਣ ਦੇਖਦੇ ਆ ਵੀ ਇਸ ਵਿੱਚ ਕਿੱਦਾਂ ਦਾ ਅਸਰ ਪੈਂਦਾ। ਸੋ ਟਰੰਪ ਹੁਣਾਂ ਨੂੰ ਅਦਾਲਤਾਂ ਵਿੱਚ ਵੀ ਕਈ ਜਿਹੜੇ ਮਾਮਲਿਆਂ ਵਿੱਚ ਝਟਕੇ ਜਿਹੜੇ ਉਹ ਲੱਗੇ ਆ। ਸੋ ਸ਼ਾਇਦ ਉਹ ਜਿਹੜੀ ਗੇਮ ਖੇਡ ਰਹੇ ਸੀਗੇ ਵੀ ਹਰ ਇੱਕ ਪਾਸੇ ਹੜਕੰਪ ਜਿਹੜਾ ਉਹ ਮਚਾ ਕੇ ਰੱਖਣਾ, ਆ ਵੀ ਕਰ ਦੇਣਾ, ਉਹ ਵੀ ਕਰ ਦੇਣਾ, ਮੇ ਬੀ ਜਿਹੜੇ ਜਸਟਿਸਿਸ ਆ ਜਾਂ ਜਿਹੜੇ ਜਸਟਿਸ ਡਿਪਾਰਟਮੈਂਟ ਆ ਕਹਿ ਸਕਦੇ ਆ ਜਾਂ ਅਦਾਲਤਾਂ ਆ, ਉਹ ਕਿਤੇ ਕਿਤੇ ਉਸ ਦੇ ਵਿੱਚ ਉਹਨਾਂ ਨੂੰ ਆਪਣੇ ਉਸ ਕਹਿ ਲਓ ਵੀ ਮਿਸ਼ਨ ਦੇ ਵਿੱਚ ਪੂਰੇ ਹੋਣ ਤੋਂ ਉਹਨਾਂ ਦੇ ਉੱਤੇ ਜ਼ਰੂਰ ਅਜੇ ਹਾਲ ਦੀ ਘੜੀ ਥੰਮ ਜਿਹੜੀ ਉਹ ਲਾ ਰਹੀ ਹੈਗੀ ਆ। ਸੋ
ਰੀਅਸੈਸ ਕਰਨੀ ਪਊਗੀ ਇਹਨਾਂ ਨੂੰ ਆਪਣੀਆਂ ਥੋੜ੍ਹੀਆਂ ਜਿਹੀਆਂ ਪਾਲਿਸੀਜ਼, ਵੀ ਕੀ ਇੰਨੀ ਤੇਜ਼ੀ ਦੇ ਨਾਲ ਅੱਗੇ ਵਧਿਆ ਜਾ ਸਕਦਾ ਹੈ ਲਗਾਤਾਰ ਇਸੇ ਹੀ ਸਪੀਡ ਦੇ ਉੱਤੇ, ਜਾਂ ਥੋੜ੍ਹੀ ਜਿਹੀ ਸਪੀਡ ਨੂੰ ਇਹਨਾਂ ਨੂੰ ਸਲੋ ਡਾਊਨ ਕਰਕੇ ਇੱਕ ਜਿਹੜੀ ਚੀਜ਼ ਦੇ ਉੱਤੇ ਜਿਹੜਾ ਆ ਉਹ ਫੋਕਸ ਕਰਕੇ ਉਹਦੇ ਸਾਰੇ ਪਾਸਿਓਂ ਜਿਹੜਾ ਚੈੱਕ ਕਰਕੇ ਫਿਰ ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਵਾਰ ਜਿਹੜਾ ਉਹ ਕਰਨ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ। ਸੋ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਡਿਸੋਲਵ ਕਰਨ ਵਾਲੇ ਐਗਜ਼ੈਕਟਿਵ ਆਰਡਰ ਤੋਂ ਟਰੰਪ ਉਹਨਾਂ ਨੇ ਹਾਲ ਦੀ ਘੜੀ ਜਿਹੜਾ ਉਹ ਹੱਥ ਪਿੱਛੇ ਜਿਹੜਾ ਉਹ ਖਿੱਚ ਲਿਆ। ਥੋੜੇ ਦਿਨ ਪਹਿਲਾਂ ਹੀ ਐਜੂਕੇਸ਼ਨ ਦੇ ਸਕੱਤਰ ਲਿੰਡਾ ਮੈਕਮੋਹਨ ਉਹ ਚੁਣੇ ਜਿਹੜੇ ਉਹ ਗਏ ਸੀਗੇ, ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਜੋ ਵੀ ਕਾਨੂੰਨ ਉਹਨਾਂ ਨੂੰ ਅਖਤਿਆਰ ਦਿੰਦਾ ਆ ਉਹ ਮਦਦ ਪੂਰੀ ਕਰਨਗੇ ਰਾਸ਼ਟਰਪਤੀ ਟਰੰਪ ਨੂੰ ਇਸ ਡਿਪਾਰਟਮੈਂਟ ਨੂੰ ਪੂਰੀ ਤਰ੍ਹਾਂ ਬੰਦ ਜਿਹੜੇ ਉਹ ਕਰਨ ਦੇ ਲਈ। ਸੋ ਉੱਦਾਂ ਜਿਹੜਾ ਦੇਖਿਆ ਜਾਵੇ ਤਾਂ ਕਹਿੰਦੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲੀਨ ਲੈਵਿਟ ਉਹਨਾਂ ਨੇ ਇਸ ਨਿਊਜ਼ ਰਿਪੋਰਟ ਨੂੰ ਫੇਕ ਨਿਊਜ਼ ਜਿਹੜਾ ਉਹ ਆਖਿਆ ਆ। ਉਹ ਕਹਿੰਦੇ ਆ ਵੀ ਟਰੰਪ ਹੁਣੀ ਐਕਸਪੈਕਟ ਕਰ ਰਹੇ ਆ ਵੀ ਉਹ ਅੱਜ ਇਸ ਨੂੰ ਜਿਹੜਾ ਉਹ ਸਾਈਨ ਜਿਹੜੇ ਉਹ ਕਰਨਗੇ, ਪਰ ਉਹਨਾਂ ਨੇ ਇਹ ਐਗਜ਼ੈਕਟ ਨਹੀਂ ਲਿਖਿਆ ਵੀ ਉਹ ਸਾਈਨ ਕਰਨਗੇ ਜਾਂ ਨਹੀਂ। ਉਹ ਕਹਿੰਦੇ ਵੀ ਐਕਸਪੈਕਟ ਜਿਹੜਾ ਉਹ ਕੀਤਾ ਜਾ ਰਿਹਾ ਵੀ ਉਸ ਆਰਡਰ ਦੇ ਉੱਤੇ ਜਿਹੜੀ ਕੰਮ ਆ ਉਹ ਹੋਊਗਾ। ਸੋ ਕਹਿੰਦੇ ਵੀ ਕਾਫੀ ਕੰਸਰਨ ਸੀਗੇ ਇਸ ਪੂਰੇ ਮਾਮਲੇ ਵਿੱਚ, ਤੇ ਕੁਝ ਜਿਹੜਾ ਬਲੋ ਬੈਕ ਆ ਉਹਨਾਂ ਨੂੰ ਮਿਲਣ ਖਾਤਰ ਸ਼ਾਇਦ ਉਹ ਹਾਲ ਦੀ ਘੜੀ ਜਿਹੜੇ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਡਿਸਮੈਂਟਲ ਕਰਨ ਦੇ ਲਈ ਉਹ ਕਰਨਗੇ। ਉਧਰ ਕਾਂਗਰਸ ਦੇ ਕੁਝ ਜਿਹੜੇ ਸੈਨੇਟਰਸ ਆ, ਕੁਝ ਰਿਪਬਲਿਕਨ ਪਾਰਟੀ ਵਾਲੇ ਵੀ ਆ, ਉਹ ਵੀ ਇਸ ਪਾਸੇ ਵੱਲ ਨੂੰ ਹੁਣ ਵੱਧ ਰਿਹਾ ਵੀ ਭਾਈ ਸਾਡੀ ਪਾਵਰ ਤੇ ਪ੍ਰੈਜ਼ੀਡੈਂਟ ਦੀ ਪਾਵਰ 'ਚ ਫਰਕ ਜਿਹੜਾ ਉੱਥੇ ਕੀ ਜਿਹੜਾ ਉਹ ਰਹੂਗਾ। ਸੋ ਕਹਿੰਦੇ ਵੀ ਉਹ ਵੀ ਆਪਣੀ ਪਾਵਰ ਨੂੰ ਆਪਣੇ ਹੱਥ ਦੇ ਵਿੱਚ ਲਿਆਉਣ ਦੇ ਲਈ ਕੁਝ ਯਤਨਸ਼ੀਲ ਜਿਹੜੇ ਉਹ ਹੋਏ ਨੇ। ਸੋ ਇੱਥੇ ਕੁਝ ਇੰਟਰਨਲ ਰਿਫਟ ਵੀ ਆਪਾਂ ਨੂੰ ਮੇ ਬੀ ਆਉਂਦੇ ਸਮੇਂ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈਗਾ ਆ। ਜੀ, ਸੋ ਬਿਲਕੁਲ ਹੁਣ ਆਪਾਂ ਕੁਛ ਟਰੱਕਿੰਗ ਦੇ ਨਾਲ ਰਿਲੇਟਡ ਖਬਰਾਂ ਵੀ ਸਾਂਝੀਆਂ ਕਰਦੇ ਹਾਂ। ਤੇ ਜਿਹੜੇ ਸਾਡੇ ਟਰੱਕਰ ਵੀਰ ਹੈਗੇ ਖਾਸ ਕਰਕੇ ਕੈਨੇਡਾ ਵੱਲੋਂ ਆਉਂਦੇ ਆ, ਜਾਂ ਤੁਹਾਡੇ ਉੱਤੇ ਕਿੰਨਾ ਕੁ ਅਸਰ ਪਿਆ ਪਿਛਲੇ ਦਿਨਾਂ 'ਚ, ਕਿਉਂਕਿ ਮੈਕਸੀਕੋ ਵਾਲੀ ਸਾਈਡ ਦੇ ਉੱਤੇ ਤਾਂ ਜਿਹੜੇ ਬਾਰਡਰ ਦੇ ਉੱਤੇ ਕਹਿੰਦੇ ਬਿਲਕੁਲ ਹੀ ਖਾਲੀ ਸੀ। ਜਿਹੜੇ ਬਾਰਡਰ ਤੇ ਕੰਮ ਕਰਦੇ ਜ਼ਰੂਰ ਦੱਸਣ ਕਾਲ ਕਰਕੇ ਵੀ ਤੁਹਾਨੂੰ ਕੀ ਸਿਚੁਏਸ਼ਨ ਜਿਹੜੀ ਉਹ ਨਜ਼ਰ ਆ ਰਹੀ ਹੈ। ਸੋ ਇਹਦਾ ਅਸਰ ਕੀ ਪੈਣਾ ਸੀ, ਕਿਉਂਕਿ ਬਹੁਤ ਸਾਰੇ ਜਿਹੜੇ ਟਰੱਕਿੰਗ ਇੰਡਸਟਰੀ ਵਾਲੇ ਆ ਉਹਨਾਂ ਨੇ ਲੌਬੀ ਕੀਤੀ ਇਸ ਟੈਰਿਫ ਦੇ ਅਗੇਂਸਟ। ਇਹ ਫਰੇਟ ਵੇਵਜ਼ ਰਿਪੋਰਟ ਕਰ ਰਿਹਾ ਆ। ਕਹਿੰਦੇ ਵੀ ਕਾਰਨ ਕੀ ਸੀ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਕਿਹਾ ਵੀ ਜੇ ਇਹ ਟੈਰਿਫ ਲੱਗ ਜਾਂਦੇ ਆ ਜਿਸ ਤਰ੍ਹਾਂ ਲਾ ਦਿੱਤੇ ਗਏ ਸੀ, ਤੇ ਇੱਕ ਟਰੱਕ ਦੀ ਪ੍ਰਾਈਸ $35,000 ਵੱਧ ਜਾਣੀ ਸੀ। ਤੁਸੀਂ ਅੰਦਾਜ਼ਾ ਲਾ ਲਓ ਵੀ ਟਰੱਕਾਂ ਦੀ ਜਿਹੜੀ ਪ੍ਰਾਈਸ ਆ ਉਹ ਤਾਂ ਆਲਰੇਡੀ ਇੰਨੀ ਜ਼ਿਆਦਾ ਹਾਈ ਹੈਗੀ ਆ। ATA ਜਿਹੜੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ CEO ਕ੍ਰਿਸ ਸਪੀਅਰ ਆ, ਉਹਨਾਂ ਨੇ ਕਿਹਾ ਆ ਵੀ ਬਿਲਕੁਲ ਇਲੀਗਲ ਇਮੀਗ੍ਰੇਸ਼ਨ ਦੇ ਲਈ ਫਾਈਟ ਕਰੋ ਤਾਂ ਕਿ ਬਾਰਡਰ ਤੋਂ ਬੰਦ ਹੋਵੇ, ਪਰ ਜਿਹੜੇ ਟੈਰਿਫ ਲਾਏ ਗਏ ਹੈਗੇ ਆ ਇਹਦੇ ਨਾਲ ਸਾਡੀ ਇੰਡਸਟਰੀ ਜਿਹੜੀ ਪਹਿਲੇ ਡਾਊਨ ਬਹੁਤ ਆ ਉਹਦੇ ਉੱਤੇ ਹੋਰ ਕਿੱਡਾ ਵੱਡਾ ਅਸਰ ਪਊਗਾ। ਕਹਿੰਦੇ ਭਈ 1 ਲੱਖ ਦੇ ਕਰੀਬ ਫੁੱਲ ਟਾਈਮ ਟਰੱਕ ਡਰਾਈਵਰਸ ਜੋ 85% ਸਰਫੇਸ ਟ੍ਰੇਡਸ ਮੈਕਸੀਕੋ ਤੋਂ ਤੇ 67% ਕੈਨੇਡਾ ਤੋਂ ਜਿਹੜੇ ਲੈ ਕੇ ਆਉਂਦੇ ਜਾਂਦੇ ਹੈਗੇ ਆ। ਸੋ ਉਹਨਾਂ ਦੇ ਉੱਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਵੱਡਾ ਜਿਹੜਾ ਅਸਰ ਪੈਂਦਾ ਹੈਗਾ। ਸੋ ਬਿਲਕੁਲ ਫੈਂਟਨਲ ਦਾ ਜਿਹੜਾ ਰੌਲਾ ਸੀ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚ ਹੀ ਕੱਟ ਰਿਹਾ, ਜਿਹੜਾ ਫੈਂਟਨਲ ਦਾ ਤੇ ਅਨਡਾਕੂਮੈਂਟਡ ਇਮੀਗ੍ਰੈਂਟਸ ਦਾ ਬਾਰਡਰਸ ਤੋਂ ਜਿਹੜਾ ਉਹ ਆਉਣਾ, ਉਹਦੇ ਕਰਕੇ ਜਿਹੜੇ ਟਰੰਪ ਹੁਣੀ ਕਹਿ ਰਹੇ ਵੀ ਅਸੀਂ ਟੈਰਿਫ ਲਾ ਰਹੇ ਹਾਂ, ਤੇ ਉਹਦੇ ਕਰਕੇ ਟੈਰਿਫ ਜਿਹੜੇ ਉਹ ਲਾਏ ਆ। ਹੁਣ ਕਹਿੰਦੇ ਵੀ ਜਿਹੜੇ ਵਾਪਸ ਲੈਣ ਦਾ ਮਕਸਦ ਇਹ ਆ ਵੀ 30 ਦਿਨਾਂ ਦੇ ਵਿੱਚ ਨੈਗੋਸ਼ੀਏਟ ਜਿਹੜਾ ਉਹ ਕੀਤਾ ਜਾਊਗਾ। ਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਇਸ ਦਾ ਜਿਹੜਾ ਸਿੱਧਾ ਅਸਰ ਆ ਟਰੱਕਿੰਗ ਇੰਡਸਟਰੀ ਦੇ ਉੱਤੇ ਪੈਣਾ ਹੀ ਪੈਣਾ ਆ। ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਫਰੇਟ ਰਿਸੈਸ਼ਨ ਪਿਛਲੇ 2 ਸਾਲਾਂ ਤੋਂ ਟਰੱਕਿੰਗ ਦਾ ਉਸਨੇ ਲੱਕ ਤੋੜ ਕੇ ਰੱਖਿਆ ਆ, ਤੇ ਕ੍ਰਾਸ ਬਾਰਡਰ ਕੈਰੀਅਰਸ ਦੇ ਲਈ ਕਹਿੰਦੇ ਵੀ ਇਹ ਸਭ ਤੋਂ ਖਤਰਨਾਕ ਚੀਜ਼ ਜਿਹੜੀ ਉਹ ਬਣਨੀ ਸੀ। ਹੁਣ ਤੁਸੀਂ ਆਪ ਹੀ ਅੰਦਾਜ਼ਾ ਜਿਹੜਾ ਹਰਜੋਤ ਸਿੰਘ ਜੀ ਲਾ ਲਓ ਵੀ ਕੋਈ ਵੀ ਚੀਜ਼ ਜਦੋਂ ਜਿਸ ਦੇ ਉੱਤੇ ਇੰਨਾ ਟੈਰਿਫ ਹੋਣਾ, ਇੱਧਰ ਵਾਲੀਆਂ ਕੰਪਨੀਆਂ ਨੇ ਖਰੀਦਣਾ ਬੰਦ ਕਰ ਦੇਣਾ। ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਹੀ ਨਹੀਂ ਹੈਗੀਆਂ। ਜਿੱਦਾਂ ATA ਦੇ ਪ੍ਰੈਜ਼ੀਡੈਂਟ CEO ਦੀ ਤੁਸੀਂ ਗੱਲ ਜਿਹੜੀ ਉਹ ਦੱਸ ਰਹੇ ਆ। ਸਪੀਅਰ ਨੇ ਕਹਿੰਦੇ ਵੀ ਮੈਂ ਪਹਿਲਾਂ ਵੀ ਡਾਊਟ ਮੈਨੂੰ ਸੀਗਾ ਵੀ ਟਰੰਪ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਇਸ ਅਕ੍ਰੋਸ ਦਾ ਬਾਰਡਰ ਟੈਰਿਫ ਆ ਉਸ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ। ਦਸੰਬਰ ਮਹੀਨੇ ਦੇ ਵਿੱਚ ਇਹ ਜਿਹੜਾ ਟ੍ਰੇਡ ਗਰੁੱਪ ਆ ਉਹਨਾਂ ਨੇ
ਇੱਕ ਮੀਟਿੰਗ ਜਿਹੜੀ ਉਹ ਕੀਤੀ ਸੀ, ਉਹ ਕਹਿੰਦੇ ਸੀ ਵੀ ਉਹ ਸੋਚ ਰਹੇ ਸੀ ਵੀ ਬੜਾ ਸਰਜੀਕਲ ਇੱਕ ਆਪਰੇਸ਼ਨ ਜਿੱਦਾਂ ਡਾਕਟਰ ਸਰਜਰੀ ਕਰਦੇ ਆ ਵੀ ਉਸ ਤਰੀਕੇ ਦਾ ਹੋਊਗਾ ਵੀ ਜਿਹੜੀ ਦੁਖਦੀ ਰਗ ਆ ਉਸ ਦੇ ਉੱਤੇ ਹੀ ਵਾਰ ਕੀਤਾ ਜਾਵੇ, ਨਾ ਕਿ ਬੰਦੇ ਨੂੰ ਵਿਚਾਲਿਓਂ ਜਿਹੜਾ ਉਹ ਵੱਢ ਦਿੱਤਾ ਜਾਵੇ। ਵੀ ਮੋਰ ਜਿਹੜਾ ਸਟ੍ਰੈਟੇਜਿਕ ਹੋਣਾ ਚਾਹੀਦਾ ਸੀ, ਸਰਜੀਕਲ ਜਿਹੜਾ ਉਹ ਕਰਨਾ ਚਾਹੀਦਾ ਸੀ, ਰਾਦਰ ਦੈਨ ਅਕ੍ਰੋਸ ਦਾ ਬੋਰਡ ਟੈਰਿਫ ਦੇ ਜਿਹੜੇ ਉਹ ਨਾਲ। ਉਹ ਕਹਿੰਦੇ ਵੀ ਕਾਫੀ ਸਮਾਰਟ ਨੇ ਇਹ ਸਾਰੇ ਜਾਣੇ, ਤੇ ਇਸ ਦਾ ਜਿਹੜਾ ਪੋਟੈਂਸ਼ੀਅਲ ਆ ਕਾਊਂਟਰ ਟੈਰਿਫ ਦਾ, ਤੇ ਇਸ ਦੇ ਨਾਲ ਜਿਹੜੀ ਇਨਫਲੇਸ਼ਨ ਆ ਉਹ ਇਸ ਦਾ ਇੱਕ ਬਾਈ ਪ੍ਰੋਡਕਟ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੇਗਾ। ਸੋ $35,000 ਜੇ ਟਰੱਕਾਂ ਦੀ ਪ੍ਰਾਈਸ ਹੋਰ ਵੱਧ ਜਾਂਦੀ ਆ, ਨਵੇਂ ਇਕਵਿਪਮੈਂਟ ਕਹਿੰਦੇ ਵੀ ਇੱਕ ਛੋਟੇ ਕੈਰੀਅਰ ਦੇ ਲਈ ਆਊਟ ਆਫ ਰੀਚ ਜਿਹੜੇ ਉਹ ਬਣ ਜਾਣਗੇ, ਤੇ ਕ੍ਰਾਸ ਬਾਰਡਰ ਫਰੇਟ ਦੇ ਉੱਤੇ ਵੀ ਇਸ ਦਾ ਮਾੜਾ ਅਸਰ ਪਊਗਾ। ਕਾਸਟ ਆਫ ਆਪਰੇਸ਼ਨ ਜਿਹੜਾ ਪਰ ਮਾਈਲ ਜਿਹੜਾ ਆਲਰੇਡੀ ਖਰਚਾ ਇੰਨਾ ਜ਼ਿਆਦਾ ਐਕਸਟਰਾ ਹੈਗਾ ਆ, ਡੀਜ਼ਲ ਦੀ ਕਾਸਟ ਤੇ ਹੋਰ ਸਾਰੀਆਂ ਚੀਜ਼ਾਂ, ਮੇਨਟੇਨੈਂਸ ਪਾਰਟਸ ਦੇ ਜਿਹੜੇ ਉਹ ਪ੍ਰਾਈਸਿਸ ਨੂੰ ਲੈ ਕੇ, ਤੇ ਜੇ ਇਹਦੇ ਵਿੱਚ ਤੁਸੀਂ ਟੈਰਿਫ ਨਾਲ ਇਨਕਲੂਡ ਕਰ ਦੋ ਤਾਂ ਉਹਦੇ ਵਿੱਚ ਕਹਿੰਦੇ ਵੀ ਕਾਸਟ ਆਫ ਆਪਰੇਸ਼ਨ ਹੋਰ ਵੀ ਜ਼ਿਆਦਾ ਵੱਧ ਜਾਣਗੇ, ਜਿਹਦੇ ਕਰਕੇ ਜਿਹੜਾ ਇੱਕ ਮਾਰਜਨ ਹੁੰਦਾ ਆ ਜਿਹੜੇ ਬਚਤ ਦੇ ਲਈ ਜਿਹੜਾ ਉਹ ਕੰਮ ਕਰਦਾ ਆ, ਉਹਦੇ ਉੱਤੇ ਵੱਡਾ ਜਿਹੜਾ ਅਸਰ ਆ ਉਹ ਪਵੇਗਾ। ਜੀ, ਇੱਕ ਵਾਰੀ ਫੇਰ ਦੱਸਦੇ ਜਾਈਏ, ਕੁਝ ਮਿੰਟ ਪਹਿਲਾਂ ਵਾਈਟ ਹਾਊਸ ਵੱਲੋਂ ਅਨਾਉਂਸਮੈਂਟ ਆਈ ਆ ਵੀ ਮੈਕਸੀਕੋ ਦੇ ਉੱਤੇ ਜਿਹੜਾ 25% ਟੈਰਿਫ ਲੱਗਣਾ ਸੀ ਉਹ ਅਪ੍ਰੈਲ 2 ਤੱਕ ਵਧਾ ਦਿੱਤਾ ਗਿਆ ਹੈ। ਉਹ 2 ਤੱਕ ਪੋਸਟਪੋਨ ਕਰਤਾ ਲੱਗੂਗਾ ਨਹੀਂ। ਤੇ ਕੈਨੇਡਾ ਦੇ ਬਾਰੇ ਵੀ ਬਹੁਤ ਛੇਤੀ ਹੀ ਜਿਹੜੇ ਕਮਰਸ ਸੈਕਟਰੀ ਲੁਟਨਿਕ ਆ ਉਹ ਕਹਿੰਦੇ ਅਨਾਉਂਸ ਕਰਨ ਜਾ ਰਹੇ ਹੈਗੇ ਆ। ਸੋ ਏਟੀਏ ਦੇ ਪ੍ਰੈਜ਼ੀਡੈਂਟ ਜਿਹੜੇ ਸਪੀਅਰ ਆ ਉਹ ਕਹਿੰਦੇ ਵੀ ਜੇ ਟੈਰਿਫ ਜਿਸ ਹਿਸਾਬ ਨਾਲ ਲਾਏ ਗਏ ਸੀ ਉਹਦੇ ਨਾਲ $2 ਬਿਲੀਅਨ ਦਾ ਐਨੂਅਲ ਟੈਕਸ ਲੱਗਣਾ ਸੀ ਨਵੇਂ ਇਕਵਿਪਮੈਂਟ ਦੇ ਉੱਤੇ। ਤੇ ਇਹ ਜਿਹੜਾ ਸਮਾਲ ਕੈਰੀਅਰਸ ਹੈਗੇ ਆ ਜਿਹੜੇ ਆਪਣੇ 90% ਆਪਣੇ ਡਰਾਈਵਰਸ, ਕੋਈ ਇੱਕ ਟਰੱਕ, 2 ਟਰੱਕ, 5 ਟਰੱਕਾਂ ਵਾਲੇ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੋਣਾ ਸੀ, ਕਿਉਂਕਿ ਇਹਨੂੰ ਜੇ ਐਵਰੇਜ ਕੱਢਦੇ ਜਾਈਏ $35,000 ਪ੍ਰਾਈਸ ਇੱਕ ਟਰੱਕ ਦੀ ਵੱਧ ਜਾਣੀ ਸੀ। ਤੇ ਕਹਿੰਦੇ ਵੀ ਜਿੰਨਾ ਲੰਮਾ ਸਮਾਂ ਟੈਰਿਫ ਲੱਗਦਾ ਹੈ ਤੇ ਉਨਾ ਜ਼ਿਆਦਾ ਜਿਹੜਾ ਟਰੱਕਰਸ ਨੂੰ ਪੇਨ, ਉਹਨਾਂ ਦੇ ਬਿਜ਼ਨਸ ਨੂੰ ਹਰਟ ਕਰਦਾ ਹੈਗਾ, ਉਹਨਾਂ ਦੀ ਫੈਮਲੀਜ਼ ਨੂੰ ਹਰਟ ਕਰਦਾ ਹੈਗਾ। ਕਹਿੰਦੇ ਵੀ ਅਸੀਂ ਰਿਸਪੈਕਟ ਕਰਦੇ ਹਾਂ ਟਰੰਪ ਐਡਮਿਨਿਸਟ੍ਰੇਸ਼ਨ ਦੀ, ਕਿਉਂਕਿ ਉਹਨਾਂ ਨੇ ਪਹਿਲੇ ਆਪਣੇ ਕਾਰਜਕਾਲ ਦੇ ਦੌਰਾਨ USMCA ਜਿਹੜਾ ਨੈਗੋਸ਼ੀਏਸ਼ਨ ਕੀਤੀ ਸੀ ਉਹ ਵਧੀਆ ਸੀਗੀ ਟਰੱਕਿੰਗ ਇੰਡਸਟਰੀ ਦੇ ਲਈ ਵੀ। ਪਰ ਹੁਣ ਫੇਰ ਇਸੇ ਤਰ੍ਹਾਂ ਆਪਾਂ ਸੋਚਦੇ ਹਾਂ ਵੀ ਇਹ ਜਿਹੜਾ ਆ ਨਹੀਂ ਲੱਗਣੇ ਚਾਹੀਦੇ ਹੈਗੇ। ਡੀਨ ਕਪਲਨ ਪ੍ਰੈਜ਼ੀਡੈਂਟ ਹੈਗੇ ਕਪਲਨ ਗਰੁੱਪ ਦੇ, ਇਹ ਕਮਰਸ਼ੀਅਲ ਕਲੈਕਸ਼ਨ ਏਜੰਸੀ ਆ, ਖਾਸ ਕਰਕੇ ਜਿਨ੍ਹਾਂ ਲੋਕਾਂ ਦੀ ਵੱਡਾ ਕਰਜ਼ਾ ਹੁੰਦਾ ਉਹਨਾਂ ਨੂੰ ਕਲੈਕਟ ਕਰਦੇ ਹੈਗੇ ਆ। ਕਹਿੰਦੇ ਵੀ ਇਹਦਾ ਅਸਰ ਡੋਮੈਸਟਿਕ ਫਰੇਟ ਕੈਰੀਅਰਸ ਦੇ ਉੱਤੇ ਬਹੁਤ ਜ਼ਿਆਦਾ ਪੈਣਾ ਹੈਗਾ ਆ ਜੇ ਇਹ ਜਿਹੜੇ ਟੈਕਸ ਲੱਗਦੇ ਹੈਗੇ ਆ। ਓਇਡਾ ਦੇ ਜਿਹੜੇ ਆ ਉਹਨਾਂ ਦੇ ਵੀ ਟ੍ਰੇਡ ਐਕਸਪਰਟ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਬਿਲਕੁਲ ਬਹੁਤ ਕਲੋਜ਼ਲੀ ਵਾਚ ਕਰ ਰਹੇ ਹੈਗੇ ਆ, ਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਨੈਗੋਸ਼ੀਏਸ਼ਨ ਹੋਊਗੀ ਉਸ ਨੂੰ ਅਸੀਂ ਪੂਰੀ ਤਰ੍ਹਾਂ ਲੌਬੀ ਕਰਾਂਗੇ। ਜੀ, ਇਹ ਵੀ ਦੱਸਦੇ ਚਾਹੀਏ ਜਿਹੜਾ USMCA ਅਖੀਰਲੀ ਵਾਰ ਇਹਨਾਂ ਦੋਨਾਂ ਮੁਲਕਾਂ ਦੇ ਨਾਲ ਜਿਹੜਾ ਸਮਝੌਤਾ ਹੋਇਆ ਉਹ ਰਾਸ਼ਟਰਪਤੀ ਟਰੰਪ ਕਰਕੇ ਗਏ ਸੀ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ, ਤੇ ਹੁਣ ਆ ਕੇ ਜਿਹੜੇ ਉਹਨਾਂ ਦੇ ਇਹ ਬਿਆਨ ਸੀਗੇ ਵੀ ਜਿਨ੍ਹਾਂ ਨੇ ਵੀ ਇਹਨਾਂ ਨਾਲ ਸਮਝੌਤਾ ਕੀਤਾ ਉਹ ਇੱਕ ਮੂਰਖ ਬੰਦਾ ਸੀਗਾ। ਹੁਣ ਇਹ ਨਹੀਂ ਸਮਝ ਆਉਂਦੀ ਵੀ ਉਹ ਆਪ ਹੀ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਉਹ ਭੁੱਲ ਜਾਂਦੇ ਆ ਵੀ ਉਹ ਆਪ ਹੀ ਸਮਝੌਤਾ ਜਿਹੜਾ ਉਹ ਕਰਕੇ ਗਏ ਸੀ। ਉਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਮੁਲਕਾਂ ਦਾ ਨੂੰ ਤਾਂ ਫਾਇਦਾ ਆ, ਕਹਿੰਦਾ ਵੀ ਮੈਂ ਇਹਨਾਂ ਮੁਲਕਾਂ ਨੂੰ ਥੋੜੀ ਮਾੜਾ ਆਖਦਾ, ਉਹਨਾਂ ਨੇ ਜਿੱਦਾਂ ਨੈਗੋਸ਼ੀਏਟ ਕੀਤਾ ਫਾਇਦਾ ਜਿਹੜਾ ਉਹ ਚੱਕਿਆ ਆ, ਇਧਰੋਂ ਕਰਨ ਵਾਲਿਆਂ ਦਾ ਜਿਹੜਾ ਉਹ ਮਾੜੀ ਗੱਲ ਸੀ। ਉਹ ਬਾਈਡਨ ਹੋਣਾ ਦੇ ਉੱਤੇ ਉਸ ਟਾਈਮ ਦੇ ਉੱਤੇ ਨਿਸ਼ਾਨਾ ਜਿਹੜਾ ਉਹ ਸੇਧ ਰਹੇ ਸੀਗੇ, ਤੇ ਹੁਣ ਕਈਆਂ ਲੋਕਾਂ ਨੇ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਭਾਈ ਤੁਸੀਂ ਹੀ ਜਿਹੜਾ USMCA ਆਪ ਸਮਝੌਤਾ ਜਿਹੜਾ ਉਹ ਕਰਕੇ ਗਏ ਸੀ, ਹੁਣ ਮੁੜ ਦੁਬਾਰਾ ਉਸ ਨੂੰ ਅੱਗੇ ਜਿਹੜਾ ਉਹ ਕਰਨਾ ਚਾਹੁੰਦੇ ਆ। ਸੋ ਫ੍ਰੀ ਟ੍ਰੇਡ ਨੂੰ ਜਿਹੜਾ ਉਹ ਲੈ ਕੇ ਬੜਾ ਉਹਨਾਂ ਦੇ ਹੱਕ 'ਚ ਨਹੀਂ ਆ। ਜੇ ਚਾਹੇ ਜਿਹੜੇ ਰੀਗਨ ਹੋਣਾ ਨੇ ਜਿਹੜਾ ਪਹਿਲਾ ਨਾਫਟਾ ਹੋਇਆ ਸੀ ਹਰਜੋਤ ਸਿੰਘ ਜੀ, ਉਹਦੇ ਮੇਨ ਸੂਤਰਧਾਰਾਂ ਦੇ ਵਿੱਚੋਂ ਇੱਕ ਸੀ। ਰੀਗਨ ਨੂੰ ਵੀ ਕਾਫੀ ਲੋਕ ਜਿਹੜੇ ਕਈ ਲਾਈਕ ਜਿਹੜਾ ਉਹ ਕਰਦੇ ਨੇ ਵੀ ਉਹਨੇ ਬਹੁਤ ਵਧੀਆ ਕੰਮ ਜਿਹੜਾ ਉਹ ਕੀਤਾ ਸੀਗਾ। ਤੇ ਚਲੋ ਹੁਣ ਦੇਖੋ ਇਸ ਦੇ ਵਿੱਚ ਅੱਗੇ ਕੀ ਬਣਦਾ। ਬਾਕੀ ਜਿਹੜੇ ਟਰੱਕਰਸ ਆ, ਜੇ ਤੁਹਾਡਾ ਕੋਈ ਵਿਚਾਰ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ, ਖਾਸ ਕਰਕੇ ਟੈਰਿਫਸ ਨੂੰ ਲੈ ਕੇ, ਕ੍ਰਾਸ ਜਿਹੜਾ ਉਹ ਬਾਰਡਰ ਕੰਮ ਕਰਦੇ ਆ, ਜਾਂ ਫਿਰ ਉੱਦਾਂ ਤੁਹਾਨੂੰ ਕੀ ਲੱਗ ਰਿਹਾ ਵੀ ਕੀ ਅਸਰ ਜਿਹੜਾ ਟਰੱਕਿੰਗ ਇੰਡਸਟਰੀ ਦੇ ਉੱਤੇ ਤੁਹਾਨੂੰ ਇਸ ਦਾ ਜਿਹੜਾ ਉਹ ਨਜ਼ਰ ਆ ਰਿਹਾ, ਕੀ ਸੁਗ-ਬੁਗ ਕੀ ਜਿਹੜੀ ਉਹ ਇਸ ਟਾਈਮ ਚੱਲ ਰਹੀ ਹੈ, ਕੀ ਗੱਲਾਂ ਬਾਤਾਂ ਜਿਹੜੀਆਂ ਉਹ ਚੱਲ ਰਹੀਆਂ, ਉਹ ਤੁਸੀਂ ਜ਼ਰੂਰ ਸਾਡੇ ਨਾਲ ਜਿਹੜੀ ਉਹ ਸ਼ੇਅਰ ਕਰੋ। ਨੰਬਰ ਹੈ ਜੀ 462 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਆ।
ਤੇ ਹਰਜੋਤ ਸਿੰਘ ਜੀ ਕੁਛ ਆਪਣੇ ਨਾਲ ਕਾਲਰਸ ਵੀ ਜੁੜੇ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਸੁਣਦੇ ਆ। ਹਰਕਮਲ ਜੀ ਆਪਣੇ ਨਾਲ ਜੁੜੇ ਨੇ। ਹਾਂਜੀ ਹਰਕਮਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਿਰਨ ਵੀਰ ਤੇ ਹਰਜੋਤ ਭਾਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਜੀ। ਅਕਾਲ। ਹਾਂਜੀ ਭਾਜੀ, ਮੈਂ ਨਾ ਆਪਣੇ ਪਿਛਲੇ ਵੀਕ ਪ੍ਰੋਗਰਾਮ ਹੋਇਆ ਸੀ, ਕਿਸੇ ਆਪਣੇ ਲਿਸਨਰ ਨੇ ਕੁਐਸਚਨ ਪੁੱਛਿਆ ਸੀਗਾ ਆਪਣੇ ਰਮਨ ਭਾਜੀ ਨੂੰ, ਆਪਣੇ ਕਲੀਅਰੈਂਸ ਲੈਟਰ ਦੀ ਉਹਨਾਂ ਨੂੰ ਕੋਈ ਟਿਕਟ ਮਿਲੀ ਸੀ ਨਾ ਉਹਦੇ ਜੀ ਜੀ ਵਾਸਤੇ। ਜੀ, ਹਾਂਜੀ ਹਾਂਜੀ, ਜ਼ਰੂਰ ਜ਼ਰੂਰ। ਤੇ ਅੱਜ ਐਤਕੇ ਰਮਨ ਭਾਜੀ ਕਹਿੰਦੇ ਸੀ ਮੈਂ ਕਲੀਅਰ ਕਰੂੰ। ਕਲੀਅਰ ਤੇ ਮੈਂ ਉਦੋਂ ਕਰ ਦੇਣਾ, ਮੈਂ ਉਦੋਂ ਥੋੜਾ ਬਿਜ਼ੀ ਸੀਗਾ, ਕੋਈ ਸੋ ਨੀ, ਮੈਂ ਦੱਸ ਦਿਓ। ਅੱਜ ਸੋ ਉਹਦੀ ਨਾ ਭਾਜੀ ਪਹਿਲਾਂ ਨਾ ਆਪਾਂ ਆਪਣੇ ਆਮ ਜਦੋਂ ਕਹਿੰਦੇ ਆ ਵੀ ਮਾਰਕਰ ਆਈਡੀ ਇਕੱਠੀਆਂ ਕਹਿੰਦੇ ਲਾਈਟਾਂ ਨਾ, ਕਈ ਆਪਣੇ ਡਰਾਈਵਰਾਂ 'ਚ ਇਹ ਕਨਫਿਊਜ਼ਨ ਆ। ਮਾਰਕਰ ਆਈਡੀ ਮਤਲਬ ਉਹ ਜਿਹੜਾ 3 ਲਾਈਟਾਂ ਦਾ ਕਲਸਟਰ ਹੁੰਦਾ ਉਹਨੂੰ ਮਾਰਕਰ ਕਹਿ ਦਿੰਦੇ ਆ। ਠੀਕ ਹੈ ਜੀ। ਉਹ 3 ਲਾਈਟਾਂ ਦਾ ਜਿਹੜਾ ਕਲਸਟਰ ਹੁੰਦਾ ਐਕਚੁਅਲੀ ਉਹ ਆਈਡੈਂਟੀਫਿਕੇਸ਼ਨ ਲੈਂਪਸ ਆ ਤੁਹਾਡੇ। ਓਕੇ ਜੀ। ਤੇ ਜਿਹੜੇ ਆਪਣੇ ਕਾਰਨਰ ਉੱਤੇ ਲੱਗੇ ਹੁੰਦੇ ਉਹਨੂੰ ਕਹਿੰਦੇ ਕਲੀਅਰੈਂਸ ਲਾਈਟਸ। ਠੀਕ ਹੈ ਜੀ। ਤੇ ਇਹ ਤੀਜੀ ਹੁੰਦੀ ਆ ਆਪਣੀ ਮਾਰਕਰ, ਜਿਹੜੀ ਸਾਈਡ ਮਾਰਕਰ ਕਹਿੰਦੇ ਆ, ਜਿਹਨੂੰ ਆਪਣੇ ਟ੍ਰੇਲਰ ਦੇ ਸਾਈਡ ਤੇ ਰੀਅਰ ਤੇ ਲੱਗੀ ਹੁੰਦੀ ਹੈ ਤੇ ਮੂਹਰੇ ਲੱਗੀ ਹੁੰਦੀ ਆ। ਤੇ ਹੁਣ ਆਪਾਂ ਨਾ ਅਸੀਂ ਜਿੰਨਾ ਚਿਰ ਟਰੱਕਿੰਗ ਕੀਤੀ ਆ, ਅਸੀਂ ਨਾ 2 ਚੀਜ਼ਾਂ ਕਦੇ ਨਹੀਂ ਟਰੱਕ ਵਿੱਚ ਅਗਵਾਈਆਂ ਸੀ। ਇੱਕ ਸੀਗੀ ਸੇਫਟੀ ਰੂਲ ਬੁੱਕ ਹੁੰਦੀ ਆ, ਉਹਨੂੰ ਗ੍ਰੀਨ ਬੁੱਕ ਕਰਕੇ ਕਹਿ ਦਿੰਦੇ ਆ ਨਾ, FMCSA ਦੀ। ਉਹ ਹਰੇਕ ਸਾਲ ਅਪਡੇਟ ਹੁੰਦੀ ਹੈ, ਪਰ ਅਸੀਂ 2 ਸਾਲਾਂ ਬਾਅਦ ਲੈ ਲਈ ਦੀ, ਬਾਹਲੀ ਕਾਸਟ ਨਹੀਂ ਕਰਦੇ ਹੈਗੀ। $25-30 ਦੀ ਟਰੱਕ ਸਟਾਪ ਤੋਂ ਮਿਲ ਜਾਂਦੀ ਆ। ਜੇ ਉਹ ਤੁਹਾਡੇ ਕੋਲੇ ਹੋਵੇ ਤੇ ਪੜ੍ਹੀ ਹੋਵੇ ਤੇ ਉਹਦੇ ਸਾਰੇ ਰੂਲ ਟਰੱਕਿੰਗ ਰਿਲੇਟਡ ਲਿਖੇ ਹੁੰਦੇ ਆ, ਤਾਂ ਤੁਹਾਨੂੰ ਤੁਸੀਂ ਮੋਰ ਮਤਲਬ ਪੋਜ਼ਿਟਿਵ ਫੀਲ ਕਰਦੇ ਆ ਜੇ ਉਸਨੂੰ ਪਤਾ ਹੋਵੇ ਨਾ ਲਾਅ ਬਾਰੇ, ਕਾਨੂੰਨ ਦਾ ਪਤਾ ਆ। ਹਾਂਜੀ, ਇੱਕ ਇਹ ਅਸੀਂ ਗ੍ਰੀਨ ਬੁੱਕ ਤੇ ਇੱਕ ਮੈਪ ਬੁੱਕ ਕਦੇ ਗਵਾਈ ਨਹੀਂ ਸੀ ਟਰੱਕ ਦੇ ਵਿੱਚੋਂ ਨਾ। ਠੀਕ ਹੈ। ਤੇ ਇਹ ਤੁਹਾਡੀ ਬਹੁਤ ਹੈਲਪ ਕਰਦੀ ਆ। ਸੋ ਜਿਹੜਾ ਲਾਅ ਕੀ ਕਹਿੰਦਾ ਵਾ, ਜੇ ਤੁਹਾਡਾ ਟ੍ਰੇਲਰ 80 ਇੰਚ ਤੋਂ ਚੌੜਾ ਵਾ ਨਾ, ਵਾਈਡ ਆ, ਯੂ ਹੈਵ ਟੂ ਹੈਵ ਅ ਕਲੀਅਰੈਂਸ ਲੈਂਪਸ। ਜੇ ਮਾਰਕਰ ਤੇ ਪਲੱਸ ਕਲੀਅਰੈਂਸ ਲੈਂਪ, ਫਿਰ ਦੋਨੋਂ ਚੀਜ਼ਾਂ ਚਾਹੀਦੀਆਂ ਹੁੰਦੀਆਂ? ਨਹੀਂ, ਮੈਂ ਨਾ ਤੁਹਾਨੂੰ ਇਹੀ ਚੀਜ਼ਾਂ ਜਿੱਥੇ ਮੈਂ ਦੱਸੂਗਾ ਵੀ ਲੋਕਾਂ ਦੀ ਕਨਫਿਊਜ਼ਨ ਬਹੁਤ ਆ। ਓਕੇ, 3 ਚੀਜ਼ਾਂ ਨੇ। ਇੱਕ ਜਿਹੜੇ 3 ਲਾਈਟਾਂ ਦਾ ਕਲਸਟਰ ਹੁੰਦਾ ਉਹ ਹੁੰਦਾ ਆਈਡੈਂਟੀਫਿਕੇਸ਼ਨ ਲੈਂਪਸ, ID ਲਾਈਟਸ ਇਹਨੂੰ ਕਹਿੰਦੇ ਆ। ਇੱਕ ਹੁੰਦੇ ਕਲੀਅਰੈਂਸ ਲਾਈਟਸ, ਜਿਹੜੀਆਂ ਟ੍ਰੇਲਰ ਦੇ ਸਾਈਡ ਤੇ ਲੱਗੀਆਂ ਹੁੰਦੀਆਂ, ਰੀਅਰ ਤੇ ਵੀ ਹੁੰਦੀਆਂ ਤੇ ਫਰੰਟ ਤੇ ਵੀ ਹੁੰਦੀਆਂ। ਠੀਕ ਹੈ ਜੀ। ਤੇ ਇੱਕ ਹੁੰਦੀ ਹੈ ਸਾਈਡ ਤੇ ਲੱਗੀਆਂ ਹੁੰਦੀਆਂ, ਉਹ ਟ੍ਰੇਲਰ ਦੇ ਫਰੰਟ ਤੇ ਲੱਗੀ ਹੋਊਗੀ, ਟ੍ਰੇਲਰ ਦੇ ਵਿਚਾਲੇ ਲੱਗੀ ਹੋਊਗੀ, ਤੇ ਟ੍ਰੇਲਰ ਦੇ ਰੀਅਰ ਤੇ ਸਾਈਡ ਤੇ ਲੱਗੀ ਹੋਊਗੀ ਲਾਈਟ। ਉਹ ਹੁੰਦੀ ਮਾਰਕਰ। ਉਹ ਮਾਰਕ ਕਰ ਜਾਂ ਇੱਕ ਤਰ੍ਹਾਂ ਦਾ ਤੁਹਾਡਾ ਮਾਰਕ ਕੀਤਾ ਹੁੰਦਾ ਟ੍ਰੇਲਰ। ਇੱਥੋਂ ਟ੍ਰੇਲਰ ਦਾ ਮਾਰਕ ਹੈਗਾ ਫਰੰਟ ਆ, ਇੱਥੇ ਮਿਡਲ ਆ, ਇੱਥੇ ਰੀਅਰ ਆ। ਕੋਈ ਵੀ ਟ੍ਰੇਲਰ ਜਿਹੜਾ 30 ਫੁੱਟ ਤੋਂ ਲੰਬਾ ਹੈਗਾ, 1979 ਤੋਂ ਬਾਅਦ ਚ ਇਹਨਾਂ ਨੇ ਸਪੈਸ਼ਲ ਲਾਅਸ ਬਣਾਏ ਸੀ, ਪਰ ਇਹ ਚੱਲਦਾ ਪਹਿਲਾਂ ਵੀ ਸੀ ਲਾਅ। 1979 ਤੋਂ ਬਾਅਦ ਇਹਨਾਂ ਨੇ ਮਾਰਕਰ ਦੇ ਲਈ ਹਾਈਟ ਦਾ ਲਾਅ ਬਣਾਤਾ ਸੀਗਾ। ਤੇ ਜਿਹੜਾ ਆਪਣਾ 30 ਫੁੱਟ ਤੋਂ ਲੰਬਾ ਟ੍ਰੇਲਰ ਹੈਗਾ ਉਹਦੇ ਮਿਡਲ ਵਿੱਚ ਵੀ ਮਾਰਕਰ ਲਾਈਟ ਲੱਗੀ ਹੋਣੀ ਚਾਹੀਦੀ ਆ। ਜੇ ਉਹ ਨਹੀਂ ਹੈਗੀ ਉਹਦੀ ਵੀ ਟਿਕਟ ਆ। ਓਕੇ, ਠੀਕ ਹੈ ਜੀ। ਤੇ ਜਿਹੜਾ ਆਪਣਾ 80 ਇੰਚ ਤੋਂ ਚੌੜਾ ਟ੍ਰੇਲਰ ਹੈਗਾ ਵਾ, ਉਹਦੇ ਦੋਨੇ ਉੱਪਰ ਕਲੀਅਰੈਂਸ ਲਾਈਟਾਂ ਹੋਣੀਆਂ ਚਾਹੀਦੀਆਂ, ਰੀਅਰ ਦੇ ਵਿੱਚ ਵੀ ਤੇ ਫਰੰਟ ਦੇ ਉੱਤੇ ਵੀ। ਤੇ ਜਿਹੜੀ ਆਪਣੀ ਇਹਨਾਂ ਨੇ ਰੰਗ ਵੀ ਮੈਂਸ਼ਨ ਕੀਤਾ, ਪਿੱਛੇ ਤੁਹਾਡਾ ਹੋਣਾ ਚਾਹੀਦਾ ਰੈੱਡ ਤੇ ਫਰੰਟ ਤੇ ਹੋਣਾ ਚਾਹੀਦਾ ਵਾ ਐਂਬਰ। ਤੇ ਉਦਾਂ ਹੀ ਜਿਹੜੀ ਮਾਰਕਰ ਲਾਈਟ ਆ ਤੁਹਾਡੀ ਫਰੰਟ ਤੇ ਹੋਣੀ ਚਾਹੀਦੀ ਆ ਐਂਬਰ, ਤੇ ਸਾਈਡ ਤੇ ਹੋਣੇ ਜਿਹੜੇ ਰੀਅਰ ਸਾਈਡ ਆ ਉਹ ਤੇ ਹੋਣੀ ਚਾਹੀਦੀ ਹੈ ਰੈੱਡ। ਤੇ ਟ੍ਰੇਲਰ ਦੇ ਵਾਸਤੇ ਫਰੰਟ ਦੇ ਉੱਤੇ ਆਈਡੈਂਟੀਫਿਕੇਸ਼ਨ ਲੈਂਪਸ ਦੀ ਲੋੜ ਨਹੀਂ ਹੈਗੀ, ਹਨਾ। ਠੀਕ ਹੈ ਜੀ, ਠੀਕ ਹੈ। ਇਹ ਇੱਕ ਚੀਜ਼ ਹੋਰ ਆਪਣੇ ਮੈਂ ਤੁਹਾਨੂੰ ਦੱਸ ਦਵਾਂ, ਜਿਹੜੇ ਆਮ ਆਪਣੇ ਬੰਦਿਆਂ ਨੂੰ ਟਿਕਟਾਂ ਮਿਲ ਜਾਂਦੀਆਂ ਨਾ, ਕਈ ਵਾਰ ਆਪਾਂ ਕੰਪਨੀ ਟ੍ਰੇਲਰ ਪਾ ਲੈਂਦੇ ਆ। ਉਹ ਜਿਹੜਾ ਫੈਡਰਲ ਲਾਅ ਕਹਿੰਦਾ ਜਿਹੜਾ ਤੁਹਾਡਾ ਆਪਣਾ ਬਲਿੰਕਰ ਆ ਰੀਅਰ ਦੇ ਉੱਤੇ ਲੱਗੇ ਹੁੰਦੇ ਸਿਗਨਲ, ਟਰਨ ਸਿਗਨਲ ਹੁੰਦੇ ਜਿਹੜੇ ਆਪਣੇ ਨਾ, ਜੀ, ਉਹ ਰੈੱਡ ਵੀ ਹੋ ਸਕਦਾ ਤੇ ਰੀਅਰ ਆਪਣੇ ਐਂਬਰ ਵੀ ਹੋ ਸਕਦਾ। ਪਰ ਕੈਲੀਫੋਰਨੀਆ ਵਿੱਚ ਉਹ ਆਪਣੀ ਕੈਲੀਫੋਰਨੀਆ DOT ਅਲਾਉ ਨਹੀਂ ਕਰਦੀ ਐਂਬਰ ਨੂੰ, ਤੇ ਉਹਦੀ ਟਿਕਟ ਮਿਲ ਜਾਂਦੀ ਜਾਂ ਫਿਕਸਿੰਗ ਟਿਕਟ ਮਿਲ ਜਾਂਦੀ ਉਹਦੀ। ਠੀਕ ਹੈ ਜੀ, ਚਲੋ ਥੈਂਕ ਯੂ। ਹਾਂਜੀ, ਧੰਨਵਾਦ ਜੀ। ਮੈਂ ਥੋੜਾ ਜਿਹਾ ਹੋਰ ਦੱਸਣਾ ਸੀਗਾ ਤੁਹਾਨੂੰ ਨਾ ਇਹਦੇ ਬਾਰੇ। ਆਪਣੇ ਜਿਹੜਾ ਨਾ ਆਪਣਾ ਇੱਕ ਨਾ ਅੱਜ ਕੱਲ੍ਹ ਹੁਣ ਮਾਰਚ ਦਾ ਮਹੀਨਾ ਚੱਲ ਪਿਆ ਨਾ, ਜਿਹੜੇ ਆਪਣੇ ਟਰੱਕਰਸ ਹੈਗੇ ਆ ਜਾਂਦੇ ਹੈਗੇ ਆ ਨਾਰਥ ਈਸਟ ਸਟੇਟਾਂ ਜਿਵੇਂ ਵਿਸਕਾਨਸਨ, ਮਿਨੇਸੋਟਾ, ਆਪਣੇ ਮਿਸ਼ੀਗਨ, ਨਾਰਥ ਡਕੋਟਾ ਵਗੈਰਾ ਨਾ, ਅੱਜ ਕੱਲ੍ਹ ਦੇ ਦਿਨਾਂ ਵਿੱਚ ਆਲਮੋਸਟ 1.5-2 ਮਹੀਨੇ ਉੱਥੇ ਫਰੋਸਟ ਲਾ ਐਪਲੀਕੇਬਲ ਹੁੰਦਾ ਵਾ। ਅੱਛਾ, ਫਰੋਸਟ ਲਾ ਕੀ ਕਹਿੰਦਾ ਹੈ ਫਿਰ? ਉਹ ਚ ਕੀ ਆ?
ਅੱਛਾ ਸੁਣ ਮਾਡਲ, ਮੈਂ ਫਰੋਸਟ ਲਾ ਬਾਰੇ ਪਹਿਲਾਂ ਦੱਸ ਦਵਾਂ ਨਾ। ਇਹ ਅਸਲ ਜੋ ਸਟੇਟਾਂ ਆਪਦੀਆਂ ਸੜਕਾਂ ਬਚਾਉਣ ਦੀ ਖਾਤਰ ਇਹ ਕਾਫੀ ਚਿਰ ਦਾ ਲਾਅ ਬਣਿਆ ਹੋਇਆ ਤੇ ਬਹੁਤ ਕਾਉਂਟੀਆਂ ਇਹਨੂੰ ਲਾਗੂ ਕਰਦੀਆਂ, ਬਹੁਤੀਆਂ ਨਹੀਂ ਕਰਦੀਆਂ। ਪਰ ਤੁਸੀਂ ਜਾਣ ਤੋਂ ਪਹਿਲਾਂ ਆਪਦਾ ਚੈੱਕ ਕਰ ਲਿਓ ਨਾ। ਕਈ ਸਟੇਟਾਂ ਇਹਨੂੰ ਸਟ੍ਰਿਕਟਲੀ ਫੋਲੋ ਕਰਦੀਆਂ, ਜਿਵੇਂ ਮਿਨੇਸੋਟਾ ਹੋਇਆ, ਮਿਸ਼ੀਗਨ ਹੋਇਆ ਤੇ ਨਾਰਥ ਡਕੋਟਾ ਵੀ, ਤੇ ਵਿੱਚ ਕਾਉਂਟੀਆਂ ਕਈ ਨਹੀਂ ਕਰਦੀਆਂ ਨਾ। ਉਹਦਾ ਤੁਸੀਂ ਆਨਲਾਈਨ ਜਾ ਕੇ ਮੈਪ ਦੇ ਸਕਦੇ ਕਿਹੜੀਆਂ ਕਾਉਂਟੀਆਂ ਨੇ ਇਹ ਲਾਅ ਨੂੰ ਲਾਗੂ ਕਰਨਾ ਚੱਕਤਾ ਵਾ, ਕਈਆਂ ਨੇ ਹਜੇ ਫੋਲੋ ਕਰਦੇ ਪਏ ਆ। ਉਹਦੇ 'ਚ ਕੀ ਹੁੰਦਾ, ਆਪਣੀ ਸੜਕਾਂ ਨੂੰ ਜਿਹੜੀ B ਕੈਟਾਗਰੀ ਦੀ ਸੜਕਾਂ ਹੁੰਦੀਆਂ, ਜਿਵੇਂ ਆਪਣਾ ਕਾਉਂਟੀ ਰੋਡ ਹੋ ਗਏ, ਫੈਡਰਲ ਹਾਈਵੇ ਨਹੀਂ, ਇਹ ਫੈਡਰਲ ਹਾਈਵੇ ਜਾਂ ਹੋਰ ਆਪਣਾ ਸਟੇਟ ਹਾਈਵੇ ਤੇ ਇਹ ਲਾਗੂ ਨਹੀਂ ਹੋਣਾ ਹੈਗਾ। ਜਿਹੜੇ ਪਿੱਛੇ ਬੈਕ ਰੋਡਸ ਹੁੰਦੇ ਆ, ਜਿਵੇਂ ਕਾਉਂਟੀ ਦੇ ਰੋਡਸ ਹੋ ਗਏ ਜਾਂ ਛੋਟੇ ਰੋਡ ਹੋ ਗਏ, ਜਾਂ ਆਪਾਂ ਪਿੱਛੇ ਆਪਣੇ ਛੋਟੇ ਆਪਣੇ ਸ਼ਿਪਰਾਂ ਦਾ ਸਮਾਨ ਚੱਕਣ ਜਾਂਦੇ, ਜਾਂ ਪੀਟ ਮੌਸ ਚੱਕਣ ਚਲੇ ਗਏ, ਜਾਂ ਆਂਡੇ ਚੱਕਣ ਚਲੇ ਗਏ ਨਾ, ਖੇਤਾਂ ਵਿੱਚ ਬੈਠੇ ਆ, ਉੱਥੇ ਉਹ ਕੀ ਕਰਦੇ, ਆਪਦੇ ਸੜਕਾਂ ਨੂੰ ਬਚਾਉਣ ਦੀ ਖਾਤਰ ਫਰੋਸਟ ਕਰਕੇ ਤੇ ਉਹ ਆਪਦੀ ਵੇਟ ਲਿਮਟ ਘਟਾ ਦਿੰਦੇ। ਜਿਵੇਂ ਸਮਝ ਲਓ ਤੁਸੀਂ 80,000 ਪਾਉਂਡ ਚੱਕਦੇ ਆ, ਫੈਡਰਲ ਲਾਅ ਕਹਿੰਦਾ ਹਨਾ, ਉਹ ਕਈ ਵਾਰ ਉਹ ਕਹਿੰਦੇ 60,000 ਪਾਉਂਡ ਹੀ ਚੱਕ ਸਕਦੇ ਆ। ਤੁਹਾਡੇ 30 ਤੋਂ 35% ਤੁਹਾਡੀ ਵੇਟ ਲਿਮਿਟ ਕੱਟ ਕਰ ਦਿੰਦੇ ਆ। ਠੀਕ ਹੈ, ਇਹ ਡਿਫਰੈਂਟ ਸਟੇਟਸ 'ਚ ਉਹਨਾਂ ਨੇ ਫਿਰ ਸਪੀਡ ਜਿਹੜੀ ਵੇਟ ਲਿਮਿਟ ਆ ਉਹ ਘਟਾ ਦਿੰਦੇ ਆ। ਠੀਕ ਹੈ ਜੀ, ਹਾਂ, ਉਹ ਟੈਂਪਰੇਰੀ ਸੀਜ਼ਨਲ ਘਟਾ ਦਿੰਦੇ ਆ ਕੁਝ ਕੁ ਮਹੀਨੇ, ਮੋਸਟਲੀ ਮਾਰਚ ਤੋਂ ਲੈ ਕੇ ਮਈ ਤੱਕ ਹੁੰਦੀ ਹੈ ਹਨਾ, ਮਈ ਤੱਕ। ਠੀਕ ਹੈ, ਤੇ ਨਾਲ ਹੀ ਉਹ ਸਪੀਡ ਲਿਮਿਟ ਵੀ ਘਟਾ ਦਿੰਦੇ ਆ, ਜਿਵੇਂ ਆਲਮੋਸਟ 35-40 ਦੀ ਸਪੀਡ ਲਿਮਿਟ ਕਰ ਦਿੰਦੇ ਆ। ਜੇ ਆਪਣੇ ਕਈ ਵਾਰ ਆਪਾਂ ਟੈਂਪਰੇਰੀ ਸਾਇੰਸ ਉੱਥੇ ਆਪਾਂ ਨਹੀਂ ਦੇਖਦੇ, ਆਪਾਂ ਕਹਿੰਦੇ ਵੀ ਆਪਣਾ 80,000 ਗ੍ਰੋਸ ਹੀ ਆਪਣੇ ਕੋਲੇ, ਆਪਾਂ ਗੁੱਡ ਆ, ਆਪਾਂ ਫੈਡਰਲ ਲਾਅਸ ਨਾਲ ਚੱਲਦੇ ਹਨਾ। ਪਰ ਉੱਥੇ ਉਹ ਟਿਕਟਸ ਬਹੁਤ ਹੈਵੀ ਦਿੰਦੇ ਆ, ਸਾਨੂੰ ਫਿਰ ਪਾਉਂਡ ਦੇ ਹਿਸਾਬ ਨਾਲ ਟਿਕਟ ਦਿੰਦੇ ਆ, 3-3, 4-4, 5-5, 6-6,000 ਤੱਕ ਦੀ ਟਿਕਟ ਮਿਲ ਜਾਂਦੀ ਆ। ਸੋ ਇਹ ਜਿਹੜੇ ਉਹ ਨਾਰਥ ਸਟੇਟਾਂ ਨੂੰ ਜਾਂਦੇ ਉਹ ਥੋੜਾ ਖਿਆਲ ਰੱਖਣੇ। ਥੈਂਕ ਯੂ ਹਰਕਮਲ ਜੀ, ਬੜੀ ਮਿਹਰਬਾਨੀ ਇਸ ਦੇ ਬਾਰੇ ਜਾਣਕਾਰੀ ਦੇਣ ਦੇ ਲਈ, ਸ਼ੁਕਰੀਆ ਜੀ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਥੋੜੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰਦਾ। ਜਿਹੜੇ 2 ਬਿੱਲ ਇੰਟਰੋਡਿਊਸ ਹੋਏ ਆ, ਇੱਕ ਫੈਡਰਲ ਲੈਵਲ ਤੇ ਇੱਕ ਅਰਕਾਨਸਾ ਦੇ ਵਿੱਚ। ਹਾਂਜੀ ਜੀ, ਅਰਕਾਨਸਾ ਦਾ ਕਰਨ ਹੀ ਲੱਗੇ ਸੀ ਆਪਾਂ ਵੀ ਗੱਲ। ਹਾਂਜੀ, ਅੱਛਾ ਜੀ। ਫੈਡਰਲ ਇੱਕ ਤਾਂ ਆਪਣਾ ਫੈਡਰਲ ਲੈਵਲ ਤੇ ਇੰਟਰੋਡਿਊਸ ਹੋਇਆ ਪੋਲਿਊਸ਼ਨ ਦੇ ਰਿਗਾਰਡਿੰਗ ਆ, ਤੇ ਉਹਦੇ ਵਿੱਚ ਇਹ ਪ੍ਰਪੋਜ਼ ਕੀਤਾ ਜਾ ਰਿਹਾ ਕਿ ਜਿਹੜੀ ਸਟੇਟਸ ਨੂੰ ਐਗਜ਼ੈਂਪਸ਼ਨ ਦਿੱਤੀਆਂ ਜਾਂਦੀਆਂ ਆ ਉਹ ਖਤਮ ਕਰ ਦਿੱਤੀਆਂ ਜਾਣ। ਅੱਛਾ, ਫਿਰ ਤਾਂ ਕਾਰਬ ਤੇ ਅਸਰ ਪਊਗਾ ਬਹੁਤ। ਹਾਂ, ਕਾਰਬ ਦੇ ਜਿੰਨੇ ਲਾਅ ਆ, ਇਹਦੇ ਜਿਹੜੇ ਲਾਅ ਫੈਡਰਲ ਦੇ ਨਾਲ ਨਹੀਂ ਐਗਰੀ ਕਰਦੇ ਉਹ ਸਾਰੇ ਖਤਮ ਹੋ ਸਕਦੇ ਉਹਦੇ ਵਿੱਚ, ਜੇ ਉਹ ਪਾਸ ਹੋ ਜਾਂਦਾ। ਤੇ ਪਾਸ ਹੋਣ ਦੀ ਤਾਂ ਉਮੀਦ ਹੈਗੀ ਆ ਉੱਥੇ ਤਾਂ ਹੁਣ। ਹਾਂਜੀ, ਤੇ ਉਹਦੇ ਨਾਲ ਤਾਂ ਟਰੱਕਿੰਗ 'ਚ ਬਹੁਤ ਜ਼ਿਆਦਾ ਫਰਕ ਪਏਗਾ, ਸਪੈਸ਼ਲੀ ਕੈਲੀਫੋਰਨੀਆ ਦੇ ਅੰਦਰ। ਕੈਲੀਫੋਰਨੀਆ ਵਾਲੇ ਤਾਂ ਢੋਲ ਢੂਲ ਰਹਿ ਕੇ ਫਿਰ ਤਿਆਰ ਹੋ ਜਾਣਾ ਨਾ, ਕਿਉਂਕਿ ਕਾਰਬ ਨੇ ਤਾਂ ਬਹੁਤ ਸਾਰਿਆਂ ਦਾ ਸਾਹ ਸੁੱਤੇ ਹੋਇਆ ਕਿ ਨਹੀਂ। ਤੇ ਜਿਹੜਾ ਆਪਣਾ ਅਰਕਾਨਸਾ 'ਚ ਇੰਟਰੋਡਿਊਸ ਹੋਇਆ ਆ, ਉਹ ਹੈਗਾ ਵਰਕ ਪਰਮਿਟ ਦੇ ਰਿਲੇਟਡ, ਕਿ ਉਹ ਬਿੱਲ ਇੱਕ ਲਿਆ ਰਹੇ ਆ ਜਿਹਦੇ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਿਹੜਾ ਉਹੀ ਡਰਾਈਵ ਕਰ ਸਕਦਾ ਅਰਕਾਨਸਾ ਦੇ ਵਿੱਚ, ਜਿਹੜਾ US ਰੈਜ਼ੀਡੈਂਟ, ਪਰਮਾਨੈਂਟ ਰੈਜ਼ੀਡੈਂਟ, ਗ੍ਰੀਨ ਕਾਰਡ ਜਾਂ ਸਿਟੀਜ਼ਨ ਹੋਵੇ ਜੀ। ਹਾਂਜੀ। ਇਹ ਕੈਲੀਫੋਰਨੀਆ 'ਚ ਵੀ ਆਉਣ ਲੱਗਾ ਸੀਗਾ, ਕਾਫੀ ਸਾਲ ਪਹਿਲਾਂ ਦੀ ਗੱਲ ਆ, ਪਰ ਬਾਅਦ 'ਚ ਉਹਨਾਂ ਨੇ ਵਾਪਸ ਲੈ ਲਿਆ ਸੀ। ਹਾਂਜੀ, ਪਰ ਜੇ ਇੱਕ ਰਿਪਬਲਿਕਨ ਸਟੇਟ ਏਦਾਂ ਕਰਦਾ ਆ, ਬਾਕੀ ਕਰਦੇ ਆ, ਤਾਂ ਇੱਕ ਤਰ੍ਹਾਂ ਬਹੁਤ ਜ਼ਿਆਦਾ ਉਹਨਾਂ ਦੇ ਵਰਕ ਪਰਮਿਟ ਵਾਲਿਆਂ ਨੇ ਫਿਰ ਯਾਨੀ ਕਿ ਕ੍ਰਾਸ ਕਰਨਾ ਇੰਪੋਸੀਬਲ, ਖਤਮ ਹੀ ਹੋ ਜਾਏਗਾ। ਹਾਂ, ਉਹਨਾਂ ਨੇ ਇਹ ਚੀਜ਼ ਵਿੱਚ ਨਾਲ ਕਹੀ ਹੈ, ਉਹਨਾਂ ਨੇ ਕਿਹਾ ਵੀ ਇੰਗਲਿਸ਼ ਪ੍ਰੋਫੀਸ਼ੀਐਂਸੀ ਵੀ ਹੋਊਗੀ, ਉਸ ਤੋਂ ਬਗੈਰ ਵੀ ਨਹੀਂ ਅਸੀਂ ਤੁਹਾਨੂੰ ਜਿਹੜਾ ਉਹ ਦੇਣਾ। ਤੇ ਜੇ ਨਾਨ ਸਿਟੀਜ਼ਨ ਨੂੰ ਬੇਸਿਕਲੀ ਬੈਨ ਕਰ ਰਹੇ ਆ ਕਮਰਸ਼ੀਅਲ ਵਹੀਕਲ ਨੂੰ ਚਲਾਉਣ ਦੇ ਲਈ, ਚਾਹੇ ਜੇ US ਇਸ਼ੂਡ CDL ਜਿਹੜਾ ਆ ਉਸ ਤੋਂ ਬਗੈਰ ਜਿਹੜਾ ਉਹ ਨਾ ਹੋਊਗਾ। ਨਾਨ ਸਿਟੀਜ਼ਨ ਜਿਹੜੇ ਆ ਨਾ ਉਹ ਉੱਥੋਂ ਬੇਸਿਕਲੀ ਅਰਕਾਨਸਾ 'ਚ ਕੰਮ ਨਹੀਂ ਕਰ ਸਕਦੇ ਫਿਰ। ਤੇ ਜੇ ਉਹਨਾਂ ਤੋਂ ਕੋਈ ਐਕਸੀਡੈਂਟ ਹੋਊਗਾ ਨਾ, ਤਾਂ ਫੇਟਲ ਕ੍ਰੈਸ਼ ਹੋਊਗਾ ਤਾਂ ਫੈਲਨੀ ਤੇ 10 ਸਾਲਾਂ ਦੀ ਸਜ਼ਾ, $10,000 ਤੱਕ ਫਾਈਨ। ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਜ਼ਰੂਰ ਹੋਣੀ ਚਾਹੀਦੀ ਆ। ਹੁਣ ਇੰਗਲਿਸ਼ ਵਾਲਾ ਤਾਂ ਟਰੰਪ ਉਹਨਾਂ ਨੇ ਆਲਰੇਡੀ ਐਗਜ਼ੀਕਿਊਟਿਵ ਆਰਡਰ ਜਾਰੀ ਕਰਤਾ ਵੀ ਇੰਗਲਿਸ਼ ਆਫੀਸ਼ੀਅਲ ਲੈਂਗੁਏਜ ਆ। ਸੋ ਇਹ ਬਿੱਲ ਮੋਸਟ ਪ੍ਰੋਬਬਲੀ ਅਰਕਾਨਸਾ ਸਟੇਟ ਆ, ਜਿਸ ਤਰ੍ਹਾਂ ਭਾਜੀ ਹੁਣੀ ਦੱਸਿਆ, ਰਿਪਬਲਿਕਨ ਸਟੇਟ ਆ, ਤੇ ਉੱਥੇ ਦੀ ਗਵਰਨਰ ਵੀ ਸਾਨੂੰ ਪਤਾ ਆ ਵੀ ਟਰੰਪ ਉਹਨਾਂ ਦੇ ਬਹੁਤ ਲਾਗੇ ਆ। ਪਹਿਲਾਂ ਉਹਨਾਂ ਦੇ ਰਹੀ ਪ੍ਰੈਸ ਸੈਕਟਰੀ ਰਹੀ ਸੀ, ਤੇ ਉਹਦੇ ਵਿੱਚ ਉਹਨਾਂ ਨੇ ਸਾਰਾ ਹਕਬੀ ਸੈਂਡਰਸ ਜੀ। ਸੋ ਇਹਦੇ ਚ ਉਹਨਾਂ ਨੇ ਇਹ ਕਿਹਾ ਵੀ ਰੋਡ ਸਾਈਨ, ਵਾਰਨਿੰਗ ਸਾਈਨ ਇੰਗਲਿਸ਼ ਚ ਉਹਨਾਂ ਨੂੰ ਪੜ੍ਹਨੇ ਆਣੇ ਚਾਹੀਦੇ ਆ। ਟ੍ਰੈਫਿਕ ਦੇ ਕੰਟਰੋਲ ਡਿਵਾਈਸਸ ਉਹਨਾਂ ਨੂੰ ਅੰਡਰਸਟੈਂਡ ਹੋਣੀਆਂ ਚਾਹੀਦੀਆਂ। ਕਮਿਊਨੀਕੇਟ ਇਫੈਕਟਿਵਲੀ ਐਮਰਜੈਂਸੀ ਵੇਲੇ, ਐਮਰਜੈਂਸੀ ਸਰਵਿਸਿਜ਼ ਵੇਲੇ, ਲਾ ਐਨਫੋਰਸਮੈਂਟ ਦੇ ਨਾਲ ਤੇ ਹੋਰ ਡਰਾਈਵਰਸ ਦੇ ਨਾਲ। ਸੋ ਕਹਿੰਦੇ ਵੀ ਆਪਰੇਟਿੰਗ ਏ ਕਮਰਸ਼ੀਅਲ ਵਹੀਕਲ ਵਿਦਾਊਟ ਪ੍ਰੋਫੀਸ਼ੀਐਂਸੀ ਇਨ ਦ ਇੰਗਲਿਸ਼ ਲੈਂਗੁਏਜ could result a fine of $5,000. ਲਓ ਜੀ, ਜੇ ਅੰਗਰੇਜ਼ੀ 'ਚ ਸਮਝ ਨਹੀਂ ਆਈ, ਹੁਣ ਇਹ ਬਹਾਨਾ ਨਹੀਂ ਚੱਲਣਾ ਵੀ ਮੈਨੂੰ ਸਮਝ ਨਹੀਂ ਆਈ। ਉਹ ਕਹਿੰਦੇ ਵੀ ਤੁਹਾਨੂੰ ਸਮਝ ਪੂਰੀ ਆਉਣੀ ਚਾਹੀਦੀ ਆ।
ਨਹੀਂ ਤਾਂ ਜੁਰਮਾਨਾ 5000 ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਇਹ ਬਿੱਲ ਹਜੇ ਪਾਸ ਨਹੀਂ ਹੋਇਆ, ਪਰ Proposed ਦਾ। ਫਰਵਰੀ 25 ਨੂੰ ਸਕੇਅਰ ਰੋਡਸ ਐਂਡ ਸੇਫ ਟਰੱਕਿੰਗ ਐਕਟ ਆਫ 2025 HB 1569 ਬਿੱਲ ਆ, ਇਹ ਅਰਕਾਨਸਾਸ ਦੀ ਸਟੇਟ ਅਸੈਂਬਲੀ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ। ਉੱਥੇ ਦੇ ਰਿਪਰੈਜ਼ੈਂਟੇਟਿਵ ਬੇਇੰਗ ਲੌਂਗ ਤੇ ਸੈਨੇਟਰ ਜੌਨ ਪੇਟਨ ਤੇ ਰਿਪਰੈਜ਼ੈਂਟੇਟਿਵ ਜੌਨ ਊਬੈਂਕਸ ਵੱਲੋਂ। ਸੋ ਜਦੋਂ ਪਾਸ ਹੁੰਦਾ ਆ ਫਿਰ ਗਵਰਨਰ ਸਾਈਨ ਕਰਦਾ ਆ, ਤੇ ਗਵਰਨਰ ਨੈਚੁਰਲੀ ਤੁਹਾਨੂੰ ਦੱਸਿਆ ਹੀ ਆ ਵੀ ਉਹਨਾਂ ਨੇ ਤਾਂ ਸਾਈਨ ਕਰੇ ਦੇਣਾ ਆ। ਸੋ ਜਦੋਂ ਇਹਦੇ ਬਾਰੇ ਅਪਡੇਟ ਹੋਊਗੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਇਹ ਖਤਰਨਾਕ ਬਿੱਲ ਆ। ਜਿੱਦਾਂ ਪਹਿਲਾਂ ਭਾਜੀ ਹੁਣੀ ਦੱਸਿਆ ਵੀ ਇੱਕ ਸਟੇਟ ਆ ਰਿਪਬਲਿਕਨ ਨੇ ਕੀਤਾ, ਇਹ ਹੋਰ ਸਟੇਟਾਂ ਦੇ ਵਿੱਚ ਵੀ ਫਿਰ ਲਾਗੂ ਹੋ ਸਕਦਾ ਹੈਗਾ ਜੀ। ਥੈਂਕ ਯੂ ਜੀ। ਥੈਂਕ ਯੂ ਭਾਜੀ। ਅੱਛਾ, ਇੱਕ ਚੀਜ਼ ਹੋਰ ਸ਼ੇਅਰ ਕਰ ਸਕਦਾ? ਜ਼ਰੂਰ ਜ਼ਰੂਰ, ਦੱਸੋ ਜੀ। ਦੱਸੋ। ਅੱਛਾ, ਮੈਂ ਕੱਲ 5 ਦੇ ਉੱਤੇ ਇਹ ਚੀਜ਼ ਅਬਜ਼ਰਵ ਕੀਤੀ ਸੀ। ਦੇਖੋ, ਮੈਂ ਪੂਰਾ ਰਿਲੀਜਨ ਨੂੰ ਫੇਵਰ ਕਰਦਾ, ਮੈਂ ਇਸ ਫੇਵਰ 'ਚ ਹੈਗਾ ਕਿ ਹਰੇਕ ਬੰਦਾ ਪੂਰੀ ਤਰ੍ਹਾਂ ਇੰਡੀਪੈਂਡੈਂਟਲੀ ਆਪਣਾ ਰਿਲੀਜਨ ਫੋਲੋ ਕਰ ਸਕੇ, ਲੇਕਿਨ ਉਹਦੇ ਨਾਲ ਨਾਲ ਕੁਝ ਥੋੜੀ ਜਿਹੀ ਰਿਸਪੌਂਸਿਬਿਲਿਟੀ ਵੀ ਆਉਂਦੀ ਹੈ ਜੀ। ਕੱਲ ਮੈਂ ਇੱਕ ਭਰਾ ਨੂੰ ਦੇਖਿਆ ਕਿ ਉਸਨੇ ਐਮਾਜ਼ੋਨ ਦਾ ਟ੍ਰੇਲਰ ਪੁੱਲ ਕਰ ਰਿਹਾ ਸੀ। ਹੋ ਸਕਦਾ ਕਿ ਉਹਦਾ ਨਮਾਜ਼ ਦਾ ਟਾਈਮ ਹੋ ਗਿਆ, ਉਹਨੇ ਸ਼ੋਲਡਰ ਤੇ ਹੀ ਪੁੱਲ ਕਰਕੇ ਟਰੱਕ ਦੇ ਅੱਗੇ ਨਮਾਜ਼ ਯਾਨੀ ਕਿ ਆਪਣੀ ਸ਼ੁਰੂ ਕਰ ਦਿੱਤੀ। ਠੀਕ ਹੈ, ਥੋੜਾ ਜਿਹਾ ਪ੍ਰੀ ਪਲਾਨ ਕਰ ਲਓ, ਕੋਈ ਰੈਸਟ ਏਰੀਆ ਦੇਖ ਲਓ, ਕੋਈ ਟਰੱਕ ਸਟਾਪ ਦੇਖ ਲਓ। ਅਨਨੈਸੈਸਰਲੀ ਇੱਕ ਐਮਰਜੈਂਸੀ ਸਿਚੁਏਸ਼ਨ ਨਾ ਕ੍ਰੀਏਟ ਕਰੋ, ਸਪੈਸ਼ਲੀ ਰੋਡ ਸਾਈਡ ਇੰਟਰਸਟੇਟ ਦੇ ਸਾਈਡ ਤੇ। ਇਹ ਮੈਂ ਯਾਨੀ ਕਿ ਮੈਂ ਕਿਸੇ ਰਿਲੀਜਨ ਦੇ ਨਾਲ ਕ੍ਰਿਟੀਕਲ ਜਾਂ ਕਮੈਂਟ ਨਹੀਂ ਕਰ ਰਿਹਾ, ਮੈਂ ਇਨ ਜਨਰਲੀ ਸੇਫਟੀ ਦੀ ਗੱਲ ਆ ਜਾਂਦੀ ਹੈ ਇਹਦੇ ਵਿੱਚ, ਉਹਨਾਂ ਲਈ ਵੀ ਰਿਸਕ ਤੇ ਦੂਜਿਆਂ ਲਈ ਵੀ ਰਿਸਕ ਆ ਜਾਂਦਾ ਹੈ। ਹਾਂਜੀ, ਓਕੇ ਜੀ, ਥੈਂਕ ਯੂ, ਮਿਹਰਬਾਨੀ। ਧੰਨਵਾਦ ਜੀ। ਬਿਲਕੁਲ ਅਸੀਂ ਆਪਣਿਆਂ ਨੂੰ ਵੀ ਸਾਰਿਆਂ ਨੂੰ ਕਹਿੰਦੇ ਰਹਿੰਦੇ ਵੀ ਭਾਈ ਇਹ ਧਿਆਨ ਨਾ ਕਰੋ। ਜਿਹੜੇ ਜਿੰਨੇ ਪੋਸਟਰ ਵੀ ਲਾਉਂਦੇ ਆ, ਹੋਰ ਗੰਨਾਂ ਵਾਲੀਆਂ ਫੋਟੋਆਂ ਵੀ ਸੋਸ਼ਲ ਮੀਡੀਆ ਦਾ ਤੁਹਾਨੂੰ ਦੱਸੇ ਦਿੱਤਾ ਹੈ ਵੀ ਹੁਣ ਜਿਹਦਾ ਗ੍ਰੀਨ ਕਾਰਡ ਹੋਣਾ, ਗ੍ਰੀਨ ਕਾਰਡ ਰਿਨਿਊ ਹੋਣਾ, ਸਿਟੀਜ਼ਨ ਬਣਨਾ ਆ, ਉਹ ਉਹਨਾਂ ਨੇ ਸੋਸ਼ਲ ਮੀਡੀਆ ਦੇ ਸਾਰੇ ਤੁਹਾਡੇ ਅਕਾਊਂਟ ਚੈੱਕ ਕਰਨੇ ਹੈ। ਨਹੀਂ, ਹੁਣ ਦੇਖੋ, ਜਦੋਂ ਜਿਹੜੇ ਵੀ ਲੋਕ ਹੁਣ ਅਪਲਾਈ ਕਰਦੇ ਉਹਨਾਂ ਨੂੰ ਪਤਾ ਅੱਗੇ ਨਹੀਂ ਸੀ ਇਹ ਹੁੰਦਾ, ਉਹ ਤੁਹਾਡਾ ਹਰ ਇੱਕ ਜਿਹੜੇ ਅਕਾਊਂਟ ਦਾ ਹੈਂਡਲ ਮੰਗਦੇ ਆ ਵੀ ਦੱਸੋ ਕਿਹੜਾ ਆ। ਨਾਲੇ ਇਹ ਨਹੀਂ ਆ ਵੀ ਮੈਂ ਹਾਈਡ ਕਰਤਾ ਤੇ ਮੈਂ ਆਰਕਾਈਵ ਕਰਤਾ ਤੇ ਉਹਨਾਂ ਨੂੰ ਪਤਾ ਨਹੀਂ ਲੱਗੂਗਾ। ਉਹਨਾਂ ਕੋਲ ਪਤਾ ਨਹੀਂ ਕਿਹੜੇ ਕਿਹੜੇ ਯੰਤਰ ਆ, ਉਹ ਸਾਰਾ ਕੁਝ ਦੇਖ ਲੈਂਦੇ ਆ। ਅੱਛਾ, ਇਸ ਤੋਂ ਪਹਿਲੀ ਵਾਲੀ ਗੱਲ ਦੇ ਵਿੱਚ ਹਰਜੋਤ ਸਿੰਘ ਜੀ, ਮੈਂ ਇੱਕ ਚੀਜ਼ ਨਾਲ ਹੋਰ ਐਡ ਕਰਨਾ ਚਾਹੁੰਦਾ। ਹੁਣ ਮੰਨ ਲਓ ਵੀ ਜਿੱਦਾਂ ਹੁਣ ਆਰਕਨਸਾ ਨੇ ਇਦਾਂ ਕਰਤਾ, ਹੁਣ ਆਲੇ ਦੁਆਲੇ ਕਿਹੜੇ ਸੂਬੇ ਆ? ਲੂਜ਼ੀਆਨਾ, ਮਜ਼ੂਰੀ, ਆਇਓਵਾ, ਮਿਨੇਸੋਟਾ, ਓਕਲਾਹੋਮਾ, ਟੈਕਸਸ, ਐਲਾਬਾਮਾ, ਟੈਨਸੀ, ਇਲੀਨੋਇਸ, ਇਹ ਮਤਲਬ ਜਿਹੜਾ ਮਿਡ ਵੈਸਟ ਦਾ ਰਸਟ ਬੈਲਟ ਜਿਹੜੀ ਜਿਸ ਨੂੰ ਵੀ ਆਖ ਦਿੱਤਾ ਜਾਂਦਾ ਹੈ। ਹੁਣ ਮੰਨ ਲਓ ਵੀ ਇਦਾਂ ਦੇ ਕਾਨੂੰਨ ਉਹ ਸਾਰੇ ਲੈ ਆਉਣ, ਇਹ ਤਾਂ ਕੰਧ ਉਸਰ ਗਈ ਨਾ ਦਿਖਣ ਵਾਲੀ ਕੰਧ ਉਸਰ ਗਈ। ਜਿਹੜਾ ਕੋਈ ਟਰੱਕਰ ਆ, ਜਿਹੜੇ ਕੈਲੀਫੋਰਨੀਆ ਵਿੱਚ ਚਾਹੇ ਅਲਾਊਡ ਹੋਵੇ, ਤੇ ਜੇ ਉਹ ਮੰਨ ਲਓ ਇਦਾਂ ਦੀ ਕੰਧ ਉਹ ਬਣਾ ਦਿੰਦੇ ਵੀ ਤੁਸੀਂ ਇੱਧਰੋਂ ਦੀ ਭਾਈ ਨੌਨ ਸਿਟੀਜ਼ਨ ਕ੍ਰਾਸ ਹੀ ਨਹੀਂ ਕਰ ਸਕਦਾ ਟਰੱਕ ਦੇ ਨਾਲ, ਕਮਰਸ਼ੀਅਲ ਲਾਇਸੈਂਸ, ਜੇ ਉਹ ਸਿਟੀਜ਼ਨ ਨਹੀਂ ਆ ਤੇ ਜਾਂ ਗ੍ਰੀਨ ਕਾਰਡ ਨਹੀਂ ਆ, ਤਾਂ ਫਿਰ ਆਪਾਂ ਕੀ ਕਰਾਂਗੇ? ਫਿਰ ਉਹ ਸਿਚੁਏਸ਼ਨ ਬਹੁਤ ਜ਼ਿਆਦਾ ਚੇਂਜ ਹੋ ਸਕਦੀ ਆ, ਅਚਨਚੇਤੇ ਹੀ ਚੇਂਜ ਹੋ ਜਾਂਦੀ ਆ। ਇਹ ਇੱਕ ਡੋਮੀਨੋ ਇਫੈਕਟ ਕਈ ਇਸ ਤਰੀਕੇ ਦੇ ਨਾਲ ਲੱਗਦਾ ਆ। ਇਹ ਵੀ ਨਹੀਂ ਪਤਾ ਵੀ ਹੋ ਸਕਦਾ ਵੀ ਅੰਦਰ ਖਾਤੇ ਉਹਨਾਂ ਨੇ ਇਹ ਸੋਚਿਆ ਵੀ ਹੋਵੇ ਵੀ ਇਦਾਂ ਦੀ ਚੀਜ਼ ਹੋਵੇ। ਆਪਾਂ ਦੇਖਦੇ ਹਾਂ ਵੀ ਜਿਹੜੇ ਕਾਨੂੰਨ ਰੀਸੈਂਟਲੀ ਖਾਸ ਕਰਕੇ ਜਿਹੜੇ ਅਬੋਰਸ਼ਨ ਵਾਲੇ ਜਦੋਂ ਵਾਪਸ ਲਿਆ ਸੀ, ਉਸ ਤੋਂ ਬਾਅਦ ਚ ਕਿੰਨਾ ਧੜੱਲੇ ਦੇ ਨਾਲ ਜਿਹੜੀਆਂ ਖਾਸ ਕਰਕੇ ਰੈੱਡ ਸਟੇਟਸ ਆ, ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਉੱਦਾਂ ਦੇ ਆਪੋ ਆਪਣੇ ਕਾਨੂੰਨ ਆ, ਆਪੋ ਆਪਣੇ ਸੂਬੇ ਦੇ ਜਿਹੜੇ ਉਹ ਨਵੇਂ ਬਣਾ ਕੇ ਜਿਹੜੇ ਉਹ ਲਾਗੂ ਜਿਹੜੇ ਉਹ ਕਰ ਦਿੱਤੇ ਸੀਗੇ। ਸੋ ਇਹਦੇ ਵਿੱਚ ਇਹ ਵੀ ਚੀਜ਼ ਜਿਹੜੀ ਉਹ ਹੋ ਸਕਦੀ ਹੈ, ਇਸ ਇੱਕ ਐਂਗਲ ਤੋਂ ਵੀ ਜਿਹੜਾ ਉਹ ਆਪਾਂ ਨੂੰ ਦੇਖਣ ਦੀ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ। ਆਰਕਨਸਾ ਵਾਲਾ ਜਿਹੜਾ ਇਹ ਬਿੱਲ ਆ, ਇਹ ਨਾਨ ਸਿਟੀਜ਼ਨਸ ਨੂੰ CDL ਇਸ਼ੂ ਜਿਹੜਾ ਉਹ ਨਹੀਂ ਹੋਊਗਾ। ਉਸ ਤੋਂ ਬਗੈਰ ਜਿਹੜੇ ਆ ਕਹਿੰਦੇ ਵੀ ਉੱਥੋਂ ਦੀ ਤੁਹਾਨੂੰ ਲੰਘਣਾ ਵੀ ਜਿਹੜਾ ਉਹ ਨਾਮੁਮਕਿਨ ਵਾਲੀ ਗੱਲ ਜਿਹੜੀ ਉਹ ਕਰ ਸਕਦੇ ਆ ਜੇ ਉਹ ਅਨਫੋਰਸ ਕਰਨ ਦੇ ਉੱਤੇ ਆਉਂਦੇ ਹੈਗੇ ਆ। ਆਪਣੇ ਅਗਲੇ ਕਾਲਰ ਹਰਜੋਤ ਸਿੰਘ ਜੀ ਜੁੜੇ ਨੇ, ਸਨੀ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇਹੀ ਸਤਿ ਸ਼੍ਰੀ ਕਹਿਣਾ ਸੀਗਾ, ਤੁਸੀਂ ਟਰੱਕ ਦੀ ਗੱਲ ਕੀਤੀ ਨਾ, ਪਿਛਲੇ ਹਫ਼ਤੇ ਇੱਕ ਬੰਦਾ ਅਕਿਊਜ਼ ਕਰ ਰਿਹਾ ਸੀ ਉਹਨਾਂ ਨੂੰ, ਮੈਨੂੰ ਸਕੇਲ ਨੂੰ। ਇਹ ਚੀਜ਼ ਦਾ ਬੜਾ ਇਫੈਕਟ ਪੈਂਦਾ। ਇਹ ਨਾ ਸੋਚੋਗੇ ਵੀ ਅਸੀਂ ਕਹਿਤਾ, ਉਹ ਬੰਦਾ ਕਹਿ ਰਿਹਾ ਸੀ ਨਾ ਸਕੇਲ ਤੇ ਪੈਸੇ ਲੈਂਦੇ ਆ। ਕੋਈ ਪੁਲਿਸ ਆਫਿਸ, ਕੋਈ ਇਮੀਗ੍ਰੇਸ਼ਨ ਆਫਿਸ ਪੈਸੇ ਨਹੀਂ ਲੈਂਦਾ ਹੈਗਾ। ਉਹ ਚੀਜ਼ ਦਾ ਬਹੁਤ ਇਫੈਕਟ ਪੈਣਾ ਟਰੱਕਾਂ ਵਾਲੇ ਤੇ, ਕਿਉਂਕਿ ਕਿਸੇ ਨੂੰ ਡਿਫੇਮ ਕਰਨਾ ਨਾ, ਇਟਸ ਅਗੇਂਸਟ ਦ ਲਾਅ। ਹਾਂਜੀ, ਵਿਦਆਊਟ ਪ੍ਰੂਫ ਤਾਂ ਨਹੀਂ ਕਰ ਸਕਦੇ ਤੁਸੀਂ, ਬਿਲਕੁਲ। ਹਾਂਜੀ, ਭਾਵੇਂ ਤੁਸੀਂ ਹੋ ਚਾਹੇ ਮੈਂ ਆ, ਉਹ ਜਿੰਨੇ ਵੀ ਕਰੇ ਟਰੱਕ ਡਰਾਈਵਰ ਨੇ ਰੋਟੀ ਕਮਾਉਂਦੇ ਆ, ਉਹਨਾਂ ਦੇ ਉੱਪਰ ਐਕਸ਼ਨ ਆਉਣਾ। ਹੁਣ ਜਿੰਨੇ ਵੀ ਬੰਦੇ ਦੇ ਬਿਜ਼ਨਸ ਟਰੱਕਾਂ ਦੇ,
ਉਹ ਸਾਰੇ ਉਹਨਾਂ ਨੇ ਰੋਕ ਕੇ ਨਾ ਇਹੀ ਚੀਜ਼ ਮੂਹਰੇ ਲੈ ਕੇ ਆਉਣੀ ਆ, ਇਹ ਵੀ ਬੰਦਾ ਅਕਿਊਜ਼ ਕਰਦਾ। ਇੱਕ ਬੰਦੇ ਨੇ ਤਾਂ ਆਪਦਾ ਮੂੰਹ ਖੋਲਤਾ, ਪਰ ਦੂਜਿਆਂ ਦੀ ਖਾਤਰ ਬੜਾ ਇਫੈਕਟ ਹੁੰਦਾ ਇਸ ਚੀਜ਼ ਦਾ। ਕਦੇ ਵੀ ਕਿਸੇ ਨੂੰ ਮਾੜਾ ਨਾ ਕਹੋ, ਜਿੰਨਾ ਅੱਖੀਂ ਦੇਖੇ ਤੇ ਕੰਨੀ ਸੁਣੇ, ਕਿਸੇ ਨੂੰ ਕਹਿਣਾ ਨਹੀਂ ਚਾਹੀਦਾ ਜੀ। ਉਹ ਬੰਦਾ ਆਪਦੀ ਰੋਜ਼ੀ ਕਮਾਉਣ ਦੀ ਖਾਤਰ ਆਇਆ ਸੀ ਉੱਥੇ, ਨਾ ਕਿ ਉਹ ਦੂਜੇ ਨਾਲ ਆਪਦੇ ਪੈਸੇ ਅੱਧੇ ਲੈਣ ਆਇਆ ਸੀ ਕਰਨ। ਮੈਂ ਇਹੀ ਕਹਿਣਾ ਸੀ, ਥੈਂਕ ਯੂ ਵੈਰੀ ਮਚ। I don't drive truck. I'm a retired pharmacist. It just pisses me off. People accuse everybody else. मैं आपकी कहानी लाता, मेरे किसी ने 5 साल जहाँ लाए साढ़े इंडिया में, मैं कच्चा सी, जब मैं 5 साल तक मेरे चेक रोकी गए, जब मैं पक्का होया फिर जाके जब मैं उन्होंने दबका दिता, उदों मेरे पैसे दिते थे। साडे बंदे खुद ही आपदे पैरां थोड़ा मार दिया। एक पुलिस इमीग्रेशन ही पुलिस कुछ नहीं चाहती, आप खुद गलत है करें। देखा कनेडा च में एक दूजे ਨੂੰ ਟੋ ਵਾਲੇ ਆ ਜਿਹੜੇ ਇੱਕ ਦੂਜੇ ਟੋ ਟਰੱਕ ਇੱਕ ਦੂਜੇ ਨੂੰ ਗੋਲੀਆਂ ਮਾਰਦੇ ਆ, ਅੱਜ ਦੀ ਖਬਰ ਆ ਜੀ। ਜੀ ਓਕੇ ਜੀ, ਥੈਂਕ ਯੂ ਵੈਰੀ ਮਚ, ਮਿਹਰਬਾਨੀ ਜੀ, ਸ਼ੁਕਰੀਆ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਕੱਲ ਇਹ ਨਾ ਸੋਚੋ, ਆਪਾਂ ਪਰਸੋਂ ਜਾਂ ਚੌਥ ਵਿੰਦਰ ਕੌਰ ਹੁਣੀ ਸ਼ੋਅ ਕਰਦੇ ਸੀ ਇਮੀਗ੍ਰੇਸ਼ਨ ਨੂੰ ਲੈ ਕੇ, ਬਈ ਤੇ ਇੱਕ ਆਪਣਾ ਹੀ ਪੰਜਾਬੀ ਸੀ ਸਿਆਟਲ ਤੋਂ, ਉਹ ਕਸਟਮ ਐਨਫੋਰਸਮੈਂਟ ਆਫੀਸਰ ਸੀ, ਉਹਨੂੰ ਦੱਸਿਆ ਵੀ ਕਹਿੰਦਾ ਵੀ ਸਾਨੂੰ ਪਤਾ ਸਾਰਾ ਹੀ ਹੁੰਦਾ ਆ, ਕਿੰਨੇ ਝੂਠੇ ਪੇਪਰ ਲਾਏ ਆ, ਕਿਹੜਾ ਲੰਮਾ ਸਮਾਂ ਰਹਿ ਕੇ ਆਇਆ, ਕਿਹੜਾ ਬਾਰ-ਬਾਰ ਇੱਥੇ 2 ਮਹੀਨੇ ਰਹਿ ਕੇ ਇੰਡੀਆ ਜਾਈ ਜਾਂਦਾ ਜਾਂ ਹੋਰ। ਸੋ ਰੂਲ ਸਾਰੇ ਇਨ ਪਲੇਸ ਆ, ਪਰ ਕਹਿੰਦਾ ਵੀ ਆਫੀਸਰ ਤੇ ਡਿਪੈਂਡ ਕਰਦਾ ਹੁੰਦਾ ਵੀ ਉਹ ਜੇ ਨਾਈਸ ਹੈਗਾ ਤਾਂ ਕਹਿੰਦਾ ਕੀ ਫੀਲ ਕਰ ਰਿਹਾ ਉਸ ਟਾਈਮ ਦੇ ਉੱਤੇ, ਉਹਦੀ ਫੀਲਿੰਗ ਕੀ ਆ, ਉਹ ਜਦ ਮਰਜੀ ਉੱਥੋਂ ਤੁਹਾਨੂੰ ਵਾਪਸ ਰਿਪੋਰਟ ਅਨਫੋਰਸ ਕਰਨ ਦੀ ਗੱਲ ਆ। ਸੋ CHP ਦੇ ਵਿੱਚ ਬਹੁਤ ਸਾਰੇ ਆਪਣੇ ਪੰਜਾਬੀ ਨੌਜਵਾਨ ਕੁੜੀਆਂ ਵੀ ਕੰਮ ਕਰਦੀਆਂ ਆ, ਬਹੁਤ ਸਾਰੇ ਸਾਡੇ ਰੇਡੀਓ ਦੇ ਲਿਸਨਰ ਵੀ ਹੈਗੇ, ਸੋ ਉਹਨਾਂ ਨੂੰ ਸਾਰਾ ਹੀ ਪਤਾ ਹੁੰਦਾ। ਸੋ ਬਿਲਕੁਲ ਜਿੱਦਾਂ ਭਾਜੀ ਹੁਣੀ ਕਿਹਾ ਵੀ ਜਦੋਂ ਆਪਾਂ ਰੇਡੀਓ ਦੇ ਉੱਤੇ ਗੱਲ ਕਰਦੇ ਆ, ਜਦ ਤੱਕ ਸਾਡੇ ਕੋਲ ਪ੍ਰੂਫ ਨਹੀਂ ਤਾਂ ਸਾਨੂੰ ਫੇਰ ਕਿਸੇ ਦੇ ਉੱਤੇ ਬਲੇਮ ਨਹੀਂ ਲਾਉਣਾ ਚਾਹੀਦਾ। ਬਿਲਕੁਲ। ਹੁਣ ਮੰਨ ਲਓ ਵੀ ਕੱਲ ਨੂੰ ਉਹੀ ਤੁਹਾਡੀ ਜਿਹੜਾ ਪ੍ਰੋਗਰਾਮ ਆ ਉਹ ਸੁਣਾ ਦਿਓ ਤੇ ਆਹ ਦੇਖੋ ਜੀ, ਲੂਤੀ ਲਾਉਣ ਵਾਲੇ ਵੀ ਬਥੇਰੇ ਆ ਨਾ, ਉਹਨਾਂ ਨੇ ਵੀ ਕਹਿ ਦੇਣਾ ਆਹ ਦੇਖੋ ਜੀ ਉਹ ਤੁਹਾਡੇ ਖਿਲਾਫ ਇਦਾਂ ਬੋਲਦੇ ਸੀਗੇ, ਅਗਲੇ ਦੇ ਮਨ ਦੇ ਵਿੱਚ ਉਹ ਭਾਵਨਾ ਉਹਨਾਂ ਨੇ ਬਿਠਾ ਦੇਣੀ। ਸੋ ਜਿਹੜਾ ਸੰਭਲ ਕੇ ਬੋਲਣਾ ਚਾਹੀਦਾ ਆ, ਜਿਹੜਾ ਕੀ ਕਹਿੰਦੇ ਹੁੰਦੇ ਆ, ਜ਼ਬਾਨ ਤੋਂ ਨਿਕਲੇ ਹੋਏ ਬੋਲ ਤੇ ਕਮਾਨ ਚੋਂ ਨਿਕਲਿਆ ਹੋਇਆ ਤੀਰ ਮੁੜ ਕੇ ਵਾਪਸ ਨਹੀਂ ਆਉਂਦੇ। ਗਲਤ ਵੀ ਹੋ ਸਕਦਾ, ਕੋਈ ਇਹ ਵੀ ਹੋ ਸਕਦਾ, ਪਰ ਗੱਲ ਇਹ ਹੈ ਵੀ ਜਦ ਤੱਕ ਪ੍ਰੂਫ ਨਹੀਂ ਹੈ। ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਨਾ ਗਲੇਡੀਏਟਰ ਫਾਈਟਸ, ਬਿਲਕੁਲ ਕਿੱਦਾਂ ਨੌਜਵਾਨ ਜਿਹੜੇ 12 ਤੋਂ 18 ਸਾਲ ਦੇ ਆ ਤੇ 30 ਲੜਾ ਰਹੇ ਆਪਸ ਦੇ ਵਿੱਚ ਆ, ਹਨਾ, ਤੇ ਉਹ ਉਹਨਾਂ ਦੀਆਂ ਫਾਈਟਾਂ ਕਰਾਈ ਜਾਂਦੇ ਸੀ। ਦੱਸੋ ਜਿਹੜੇ ਜੇਲ੍ਹ ਦੇ ਵਿੱਚ ਆ ਵਿਚਾਰੇ, ਹਨਾ। ਸੋ ਇਹ ਗਲਤ ਬੰਦੇ ਵੀ ਹੁੰਦੇ ਆ, ਪਰ ਜਦ ਤੱਕ ਪ੍ਰੂਫ ਨਹੀਂ ਤਦ ਤੱਕ ਨਹੀਂ ਸਾਨੂੰ ਜਿਹੜਾ ਬਲੇਮ ਕਰਨਾ ਚਾਹੀਦਾ। ਜੀ ਜੀ ਬਿਲਕੁਲ। ਸੋ ਸਮਾਂ ਵੀ ਆਪਣਾ ਜਿਹੜਾ ਹਰਜੋਤ ਸਿੰਘ ਜੀ ਸਮਾਪਤੀ ਵੱਲ ਨੂੰ ਜਿਹੜਾ ਨਹੀਂ, ਇੱਕ ਦੋ ਮਾੜਾ ਜਿਹੀਆਂ ਖਬਰਾਂ ਜ਼ਰੂਰ ਆਪਾਂ ਹੋਰ ਸਾਂਝੀਆਂ ਕਰਦੇ ਜਾਂਦੇ ਆ। ਸੋ ਜਿਹੜੀ ਟੈਰਿਫ ਨੂੰ ਲੈ ਕੇ ਆ, ਸੋ ਲੱਕੀਲੀ ਹੁਣ ਮੈਕਸੀਕੋ ਦੇ ਨਾਲ ਤਾਂ ਆਲਰੇਡੀ 1 ਮਹੀਨੇ ਲਈ ਐਕਸਟੈਂਡ ਕਰ ਦਿੱਤਾ ਗਿਆ ਹੈ, ਵੱਜ ਗਿਆ ਟਰੰਪ ਹੋਣਾ ਦਾ ਉਹਦੇ ਤੇ ਕੈਨੇਡਾ ਲਈ ਵੀ ਅਨਾਉਂਸ ਕਰਨ ਜਾ ਰਹੇ ਆ। ਜਿਹੜੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਕੈਨੇਡੀਅਨ ਟਰੱਕਿੰਗ ਅਲਾਇੰਸ ਵਾਲੇ ਆ, ਉਹ ਕਹਿੰਦੇ ਵੀ 70% ਜਿਹੜਾ ਟ੍ਰੇਡ ਕੈਨੇਡਾ ਤੇ USA ਦਾ ਉਹ ਟਰੱਕਾਂ ਰਾਹੀਂ ਮੂਵ ਹੁੰਦਾ ਆ, ਬਹੁਤ ਵੱਡਾ ਨੰਬਰ ਹੈਗਾ ਆ। ਸੋ $77 ਬਿਲੀਅਨ ਦਾ ਜਿਹੜਾ ਇਹ ਬਿਜ਼ਨਸ ਹੁੰਦਾ ਆ। ਸੋ ਇੰਨਾ ਜ਼ਿਆਦਾ ਕਹਿੰਦੇ ਆਲਰੇਡੀ ਕੰਸਰਨ ਹੋ ਗਿਆ। ਟਰੱਕਿੰਗ ਡਰਾਈਵ ਨੇ ਅੱਜ ਨਿਊਜ਼ ਲਿਖੀ ਆ ਵੀ ਬਹੁਤ ਸਾਰੇ ਕੈਰੀਅਰਸ ਨੇ ਕੈਨੇਡਾ ਦੇ ਵਿੱਚ ਆਪਣੇ EMPLOYEES ਨੂੰ ਲੇ ਆਫ ਕਰਨਾ ਵੀ ਸ਼ੁਰੂ ਕਰ ਦਿੱਤਾ, ਕਿਉਂਕਿ ਆਰਡਰ ਜਿਹੜੇ ਆਣੇ ਸੀ ਉਹ ਕੈਂਸਲ ਹੋਣੇ ਸ਼ੁਰੂ ਹੋ ਗਏ। ਸੋ ਹੋਪਫੁਲੀ ਇਹ ਠੀਕ ਰਹੂਗਾ। ਤੇ ਦੂਸਰਾ, ਅੱਜ ਕੱਲ ਸਨੋ ਬਹੁਤ ਪੈ ਰਹੀ ਹੈਗੀ ਆ। ਪਲੀਜ਼ ਜਿਹੜੇ ਖਾਸ ਕਰਕੇ ਟਰੱਕਿੰਗ ਵਾਲੇ ਆ, ਜੋ ਟਰੱਕਿੰਗ ਬਿਜ਼ਨਸ ਦੇ ਨਾਲ ਧਿਆਨ ਦੇ ਨਾਲ ਚੱਲੋ, ਕਿਉਂਕਿ ਖਾਸ ਕਰਕੇ ਜੋ ਕੈਲੀਫੋਰਨੀਆ 'ਚ ਰਹਿੰਦੇ ਹੈਗੇ ਆ, ਉਹਨਾਂ ਨੂੰ ਸਨੋ ਦੇ ਉੱਤੇ ਡਰਾਈਵ ਕਰਨ ਦਾ ਜ਼ਿਆਦਾ ਨੌਲੇਜ ਨਹੀਂ ਹੁੰਦਾ ਹੈਗਾ। ਜਦੋਂ ਤੁਸੀਂ ਦੂਜੀਆਂ ਸਟੇਟਾਂ 'ਚ ਜਾਂਦੇ ਹੈਗੇ ਆ, ਉਹਦੇ ਨਾਲ ਜਿਹੜਾ ਐਕਸੀਡੈਂਟ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ। ਇੱਕ ਹੁਣੇ ਇਹ ਖਬਰ ਆ ਰਹੀ ਆ ਵੀ ਆਪਣਾ ਹੀ ਮੁੰਡਾ ਸੀਗਾ, ਉਹ ਕਹਿੰਦੇ ਵੀ ਚੀਟ ਲੇਕ ਵੈਸਟ ਵਰਜੀਨੀਆ ਦੇ ਵਿੱਚ ਜਨਵਰੀ 19 ਨੂੰ ਟਰੱਕ ਚਲਾ ਰਿਹਾ ਸੀ ਤੇ ਉਸਨੇ ਇੱਕ ਉਹਦੇ ਅੱਗੇ ਕੋਈ ਕਾਰ ਸੀਗੀ, ਉਸ ਕੈਬਨ ਲਟੀਲੀਆ ਨਾਮ ਦਾ ਬੰਦਾ, ਉਹਦੀ ਕਾਰ ਨੂੰ ਧੱਕਾ ਦਿੱਤਾ ਤੇ ਉਹ ਇੱਕ ਫਰੋਜ਼ਨ ਲੇਕ, ਜਿਹੜੀ ਉੱਥੇ ਜਿਹੜੀਆਂ ਲੇਕਸ ਆ ਉਹ ਸਨੋ ਕਰਕੇ ਜੰਮ ਜਾਂਦੀਆਂ, ਉਹਦੇ ਵਿੱਚ ਡਿੱਗ ਪਈ ਤੇ ਉਹ ਅਨਫੋਰਚੂਨੇਟਲੀ ਅੰਦਰ ਚਲੇ ਗਏ ਜਨਵਰੀ 26 ਨੂੰ, ਤੇ ਉਹਦਾ ਜਿਹੜਾ ਡਰਾਈਵਰ ਉਹ ਮਰ ਗਿਆ। ਤੇ ਹੁਣ ਵਾਰੰਟ ਇਸ਼ੂ ਕੀਤੇ ਗਏ ਆ ਸੁਖਜਿੰਦਰ ਸਿੰਘ ਨਾਮ ਦੇ ਟਰੱਕਰ ਦੇ ਉੱਤੇ, ਲਾ ਸੂਟ ਫਾਈਲ ਕੀਤਾ ਗਿਆ ਵੀ ਜਦੋਂ ਇਸਨੇ ਕਾਰ ਨੂੰ ਧੱਕਾ ਦਿੱਤਾ ਤੇ ਉਹ ਤੋਂ ਬਾਅਦ ਕਿਸੇ ਨੂੰ ਦੱਸਿਆ ਵੀ ਨਹੀਂ, ਚੁੱਪ ਕਰਕੇ ਆਪ ਉੱਥੋਂ ਚਲਾ ਗਿਆ ਤੇ ਉਹ ਕਾਰ ਵਾਲਾ ਵਿਚਾਰਾ ਸਣੇ ਕਾਰ ਦੇ ਉਹ ਲੇਕ ਦੇ ਵਿੱਚ
ਡੁੱਬ ਗਿਆ। ਸੋ ਹੁਣ ਉਹਦੇ ਉੱਤੇ ਜਿਹੜਾ ਆ ਲਾ ਸੂਟ ਫਾਈਲ ਕੀਤਾ ਗਿਆ ਹੈਗਾ। ਸੋ ਖਾਸ ਕਰਕੇ ਸਨੋਵਾ ਕਹਿੰਦੇ ਵੀ ਜਿੱਥੇ ਟਰੱਕ ਗਿਆ ਸੀ ਉੱਥੇ ਟਰੱਕ ਅਲਾਉਡ ਨਹੀਂ ਸੀ ਉਸ ਟਾਈਮ ਦੇ ਉਸ ਉੱਤੇ। ਥਾਂ ਦੇ ਉੱਤੇ। ਸੋ ਇਹ ਚੀਜ਼ਾਂ ਦਾ ਜਿਹੜਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਹੈਗਾ। ਇਸੇ ਤਰ੍ਹਾਂ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਇੱਕ ਟਰੱਕਰ ਨੇ ਓਰੇਗਨ ਦੇ ਵਿੱਚ ਫਾਰਮ ਵਰਕਰਸ ਦੀ ਵੈਨ ਜਾ ਰਹੀ ਸੀ, ਉਹਦੇ ਵਿੱਚ ਟਰੱਕ ਪਿੱਛੋਂ ਮਾਰ ਦਿੱਤਾ ਸੀ। 55,000 ਪਾਉਂਡ ਦਾ ਜਿਹੜਾ ਸੈਮੀ ਟਰੱਕ ਸੀ ਉਹ ਪਾਰਕਡ ਵੈਨ ਸੀਗੀ, ਜਿਹਦੇ ਵਿੱਚ ਜੋ ਖੇਤਾਂ 'ਚ ਕੰਮ ਕਰਨ ਵਾਲੇ ਕੰਮ ਜਾ ਰਹੇ ਸੀ ਤੇ 7 ਦੀ ਮੌਤ ਹੋ ਗਈ ਸੀ। ਸੋ ਹੁਣ ਉਹ ਜਿਹੜਾ ਡਰਾਈਵਰ ਆ ਮੇਰੀਅਨ ਕਾਉਂਟੀ ਦੀ ਜੂਰੀ ਨੇ ਲਿੰਕਨ ਸਮਿਥ ਨਾਮ ਦਾ ਇਹ ਡਰਾਈਵਰ ਸੀ, ਉਸ ਨੂੰ 7 ਕਾਊਂਟ ਤੇ 7 ਜਿਹੜੇ ਆ ਡਿਗਰੀ ਮੈਨ ਸਲੌਟਰ ਦੇ ਚਾਰਜ ਉਹਦੇ ਤੇ ਲਾਏ ਹੈਗੇ ਆ। 48 ਸਾਲਾਂ ਦੀ ਸਜ਼ਾ ਸੁਣਾਈ ਹੈਗੀ ਆ, 48 ਸਾਲ ਤੇ 3 ਮਹੀਨੇ। ਸੁਖਜਿੰਦਰ ਸਿੰਘ ਜਿਹੜਾ ਨਿਊਯਾਰਕ ਵਾਲਾ ਸੀਗਾ, ਉਹਦਾ ਟਰੈਕਟਰ ਟ੍ਰੇਲਰ ਜੈਕ ਨਾਈਫ ਹੋ ਗਿਆ ਸੀਗਾ ਤੇ ਉਹ ਸਨੋ ਸਟਾਰਮ ਜਿੱਦਾਂ ਤੁਸੀਂ ਦੱਸਿਆ ਵੀ 19 ਜਨਵਰੀ ਦੀ ਇਹ ਘਟਨਾ ਆ, ਗੱਡੀ ਨੂੰ ਵੱਜੀ ਤੇ ਗੱਡੀ ਸਭ ਤੋਂ ਅਫਸੋਸ ਵਾਲੀ ਗੱਲ ਹੈ ਹਰਜੋਤ ਸਿੰਘ ਜੀ, ਇਹ ਹਾਦਸਾ ਜੇ ਹੋ ਗਿਆ ਤੇ ਉੱਥੇ ਉਹਨੂੰ ਬਚਾਉਣ ਲਈ ਫੋਨ ਕਰਨ ਦੀ ਥਾਂ ਦੇ ਉੱਤੇ ਉਹ ਗੱਡੀ ਸਮੇਤ ਵਿਚਾਰਾ ਜਿਹੜਾ ਉਹ ਡਿੱਗ ਗਿਆ ਪਾਣੀ ਦੇ ਵਿੱਚ। ਉਹਨੂੰ ਬਚਾਉਣਾ ਤੇ ਕੀ ਸੀ, ਬੰਦਾ ਉੱਥੋਂ ਜਿਹੜਾ ਉਹ ਭੱਜ ਜਾਵੇ। ਤੇ ਬਹੁਤ ਹੀ ਜ਼ਿਆਦਾ ਇਹ ਜਿਹੜੀ ਮੰਦਭਾਗੀ ਜਿਹੜੀ ਗੱਲ ਆ ਬਿਲਕੁਲ ਬਹੁਤ ਮਾੜੀ ਗੱਲ ਹੈਗੀ ਆ ਵੀ ਇਹ ਚੀਜ਼ ਤਾਂ ਨਹੀਂ ਉਹ ਵਿਚਾਰੇ ਲੱਭਦੇ ਰਹੇ ਉਹਦੇ ਪਰਿਵਾਰ ਵਾਲੇ। ਘੱਟੋ ਘੱਟ ਰਿਪੋਰਟ ਤਾਂ ਕਰੋ ਨਾ। ਬਿਲਕੁਲ ਇਹ ਚੀਜ਼ ਫਿਰ ਜਿਹੜੀ ਉਹ ਕਿੰਨੀ ਮਾੜੀ ਜਿਹੜੀ ਉਹ ਕੱਲ ਨੂੰ ਜੇ ਆਪਾਂ ਇੱਧਰ ਰਿਸੀਵਿੰਗ ਐਂਡ ਤੇ ਹੋਈਏ, ਜੇ ਆਪਣੇ ਕਮਿਊਨਿਟੀ ਦਾ ਕੋਈ ਹੋਵੇ ਤਾਂ ਫਿਰ ਆਪਾਂ ਕਹਿਣਾ ਯਾਰ ਉਹਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ, ਇਹਨੂੰ ਨਹੀਂ ਸੀ ਇਹ ਚੀਜ਼ ਇਦਾਂ ਜਿਹੜੀ ਉਹ ਕਰਨੀ ਚਾਹੀਦੀ। ਐਕਸੀਡੈਂਟ ਵਾਪਰ ਜਾਂਦੇ, ਹੁਣ ਹੋ ਗਈ ਗਲਤੀ, ਪਰ ਇਹ ਆ ਵੀ ਗਲਤੀ ਨੂੰ ਛੁਪਾਉਣ ਖਾਤਰ ਹੋਰ ਗਲਤੀਆਂ ਨਹੀਂ, ਉਹਨੂੰ ਓਨ ਕਰਨਾ ਪੈਂਦਾ, ਉਹਨੂੰ ਦੇਖਣਾ ਪੈਂਦਾ ਆ। ਇਸ ਗੱਲੋਂ ਤਾਂ ਜਿਹੜਾ ਹਰਜੋਤ ਸਿੰਘ ਜੀ ਹੋਇਆ ਤਾਂ ਬਹੁਤ ਮੰਦਭਾਗੀ ਜਿਹੜੀ ਉਹ ਘਟਨਾ ਸੀ, ਜਿਹੜੀ ਬ੍ਰੋਂਕੋਸ ਦੇ ਜਿਹੜੇ ਹਾਕੀ ਦੇ ਪਲੇਅਰ ਸੀਗੇ ਕੈਨੇਡਾ ਦੇ ਵਿੱਚ, ਆਪਣੇ ਇੱਕ ਜਿਹੜੇ ਟਰੱਕਰ ਤੋਂ ਪੰਜਾਬੀ ਜਿਹੜਾ ਟਰੱਕਰ ਆ ਉਹਦੇ ਕਰਕੇ ਐਕਸੀਡੈਂਟ ਹੋਇਆ ਸੀ। ਉਹਨਾਂ ਦੀ ਕਿੰਨਿਆਂ ਦੀ ਜਿਹੜੀ ਉਹ ਮੌਤ ਹੋ ਗਈ ਸੀ, ਦਰਜਨ ਤੋਂ ਵੱਧ। ਪਰ ਉਹਨੇ ਕਿਹਾ ਸੀਗਾ ਵੀ ਹਾਂ ਮੇਰੀ ਗਲਤੀ ਆ, ਉਹਨੇ ਐਟਲੀਸਟ ਗਲਤੀ ਮੰਨੀ ਸੀਗੀ ਤੇ ਉਹ ਇਵੈਂਚੁਅਲੀ ਉਹਦੀ ਜਿਹੜੀ ਲੜਾਈ ਤੋਂ ਭਾਵ ਵੀ ਉਹਦੀ ਕੋਰਟ ਦੇ ਵਿੱਚ ਅਦਾਲਤਾਂ ਵਿੱਚ ਜਿਹੜਾ ਉਹ ਚੱਲਿਆ ਸੀ, ਗਲਤੀ ਜਿਹੜੀ ਮੰਨ ਕੇ ਭਾਈ ਉਸ ਨੂੰ ਕਰਨਾ। ਹੁਣ ਇਹਦੇ ਵਿੱਚ ਕੀ ਆ, ਉਸ ਟਾਈਮ ਦੇ ਉੱਤੇ ਚਾਰਜ ਸ਼ਾਇਦ ਹੋਰ ਹੋਣੇ ਸੀ, ਹੁਣ ਜਦੋਂ ਮਾਰ ਕੇ ਭੱਜ ਗਿਆ ਚਲਾ ਗਿਆ ਤਾਂ ਫਿਰ ਉਹ ਹੋਰ ਚੀਜ਼ ਬਣ ਜਾਂਦੀ ਹੈ ਨਾ, ਉਹ ਸਿਚੁਏਸ਼ਨ ਹੀ ਟੋਟਲੀ ਉਲਟ ਜਿਹੜੀ ਉਹ ਪੈ ਜਾਂਦੀ ਆ। ਸੋ ਕਹਿੰਦੇ ਵੀ ਰੈਕਲੈਸ ਡਰਾਈਵਿੰਗ ਉਹਨਾਂ ਨੇ ਸੁਖਜਿੰਦਰ ਦੇ ਲਈ ਆਖੀ ਆ ਵੀ ਇਹ ਫੀਨਿਕਸ ਐਰੀਜ਼ੋਨਾ ਤੋਂ ਬਾਅਦ ਦੇ ਵਿੱਚ ਫੜਿਆ ਗਿਆ ਤੇ ਹੁਣ ਨੈਗਲੀਜੈਂਟ ਹੋਮਿਸਾਈਡ ਦੇ ਉਸ ਦੇ ਉੱਤੇ ਚਾਰਜ ਜਿਹੜੇ ਉਹ ਲੱਗੇ ਆ। ਤੇ ਕਹਿੰਦੇ ਵੀ ਸੁਖਜਿੰਦਰ ਨੇ ਇਹ ਕਿਹਾ ਵੀ ਹਾਂ ਮੈਂ ਟਰੈਕਟਰ ਚਲਾ ਰਿਹਾ ਸੀਗਾ ਪਰ ਕਿਸੇ ਗੱਡੀ ਨੂੰ ਮੈਂ ਟੱਕਰ ਨਹੀਂ ਜਿਹੜੀ ਉਹ ਮਾਰੀ ਸੀਗੀ। ਪਰ ਡਿਪਟੀਜ਼ ਨੇ ਕਹਿੰਦੇ ਵੀ ਸਾਡੇ ਕੋਲ ਜਿਹੜੇ ਪ੍ਰੂਫ ਇਸ ਦੇ ਵਿੱਚ ਹੈਗੇ ਆ, ਜਿਸ ਦੇ ਵਿੱਚ ਇਹ ਪਤਾ ਲੱਗਦਾ ਵੀ ਸੁਖਜਿੰਦਰ ਦੇ ਟਰੱਕ ਨੇ ਹੀ ਦੂਜੀ ਗੱਡੀ ਨੂੰ ਜਿਹੜਾ ਉਹ ਪਹਿਲੋਂ ਮਾਰਿਆ ਸੀ, ਫਿਰ ਉਹ ਬ੍ਰਿਜ ਦੇ ਉੱਤੇ ਪਹੁੰਚਿਆ ਜਿੱਥੇ ਉਹ ਰੁਕ ਨਹੀਂ ਸਕਿਆ ਤੇ ਫਿਰ ਇਹ ਸਾਰਾ ਕੁਝ ਜਿਹੜਾ ਉਹ ਹੋਇਆ ਤੇ ਦੂਜੀ ਜਿਹੜੀ ਗੱਡੀ ਆ ਸਬਮਰਜ ਸੀਗੀ, ਪਾਣੀ ਦੇ ਵਿੱਚ ਜਿਹੜੀ ਉਹ ਡੁੱਬ ਗਈ ਸੀਗੀ। ਤੇ ਹਰਜੋਤ ਸਿੰਘ ਜੀ ਸਮਾਂ ਆਪਣਾ ਸਮਾਪਤ ਹੈ, ਜਾਂਦੇ ਜਾਂਦੇ ਇੱਕ ਕਾਲਰ ਅਖੀਰ ਦੇ ਵਿੱਚ ਲੈ ਕੇ ਤੇ ਫਿਰ ਆਪਾਂ ਗੱਲ ਜਿਹੜੀ ਉਹ ਸਮਾਪਤੀ ਕਰਦੇ ਹਾਂ। ਜਸਪਾਲ ਜੀ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਚਲੋ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਆਪਣੇ ਮੈਂ ਗੱਲ ਕਰਦਾ ਸਕੇਲ ਦੀ, ਜਿੱਦਾਂ ਆਪਣੇ ਹੁਣੇ ਭਾਜੀ ਹੁਣੀ ਗੱਲ ਕਰਕੇ ਗਏ ਜਿਹੜੀ ਆਪਣੇ ਮਹਾਵੀਰ ਵਾਲੀ ਦੀ, ਇਹ ਮੇਰੇ ਨਾਲ ਵੀ ਹੈਪਨ ਹੋਇਆ ਸੀਗਾ 10 ਸਾਲ ਹੋ ਗਏ। ਤੇ ਇਹ ਜਿੱਦਾਂ ਚੱਕਰ ਏਦਾਂ ਪਿਆ ਸੀਗਾ ਤੇ ਉਹ ਮੈਂ ਕੈਰੀਅਰ ਬੈਰਿੰਗ ਪਵਾਇਆ ਸੀਗਾ ਡਰਾਈਵ ਲਾਈਨ ਦਾ ਸਟ੍ਰੇਟ ਲਾਈਨ ਦਾ, ਇਹਨੇ ਮੈਨੂੰ ਪੁੱਲ ਕਰ ਲਿਆ ਤੇ ਉਹ ਸਕੇਲ ਤੇ ਕੱਢ ਕੇ ਉਹਦਾ ਟਰੱਕ ਰੈਡ ਟੈਗ ਕਰ ਦਿੱਤਾ ਤੇ ਉਹ ਥੱਲਿਓਂ ਜਿੱਦਾਂ ਝਟਕੇ ਦੀ ਆਵਾਜ਼ ਆਈ ਬਹੁਤ ਜ਼ੋਰ ਨਾਲ, ਜਿੱਦਾਂ ਟਰੱਕ ਦੇ ਅੰਦਰ ਬੈਠੇ ਤੇ ਮੈਨੂੰ ਉਹ ਜਿੱਦਾਂ ਆਪਣੇ ਏਅਰ ਬੈਗ ਡੰਪ ਹੋ ਗਏ ਹੁੰਦੇ ਆ ਤੇ ਇੰਨਾ ਝਟਕਾ ਹੁਣ ਮੈਨੂੰ ਵੀ ਕਾਫੀ ਟਾਈਮ ਹੋ ਗਿਆ ਟਰੱਕ ਚਲਾਉਂਦੇ ਨੂੰ। ਤੇ ਉਹ ਮੈਂ ਕਿਹਾ ਏਡੀ ਆਵਾਜ਼ ਤਾਂ ਆ ਨਹੀਂ ਸਕਦੀ ਥੱਲਿਓਂ ਟਰੱਕ ਦੇ, ਕਿੱਦਾਂ ਆਈ ਇੰਨੀ ਆਵਾਜ਼ ਇੰਸਪੈਕਸ਼ਨ ਕਰਦੇ ਤੇ ਉਹ ਜਦੋਂ ਮੈਂ ਬਾਹਰ ਪੁੱਲ ਕੀਤਾ ਤੇ ਮੈਨੂੰ ਕਹਿੰਦਾ ਟਰੱਕ ਤੇਰਾ ਰੈਡ ਟੈਗ ਆ। ਤੇ ਮੈਂ ਕਿਹਾ ਵੀ ਪ੍ਰੋਬਲਮ ਕੀ ਪੈ ਗਈ, ਕਹਿੰਦਾ ਵੀ ਤੇਰੇ ਕੈਰੀਅਰ ਬੈਰਿੰਗ ਟੁੱਟਿਆ ਆ। ਮੈਂ ਕਿਹਾ ਵੀ ਕੈਰੀਅਰ ਬੈਰਿੰਗ ਦਾ ਜੇ ਆਪਾਂ ਟਰੱਕ ਰੋਡ ਤੇ ਚਲਾਉਂਦੇ ਤਾਂ ਉਹਦਾ ਟਰੱਕ ਦਾ ਵਾਈਬ੍ਰੇਸ਼ਨ ਬਹੁਤ ਕਰਨ ਲੱਗ ਪੈਂਦਾ, ਵੀ ਟਰੱਕ ਮੇਰਾ ਨੋਰਮਲ ਚੱਲਦਾ। ਤੇ ਜਦੋਂ ਉਹਨੇ ਮੈਨੂੰ ਕਿਹਾ ਮੈਂ ਇੱਦਾਂ ਹੀ ਜਿੱਦਾਂ ਕੱਪੜੇ ਵਧੀਆ ਪਾਏ ਹੋ ਸੀਗੇ, ਉਹ ਮੈਂ ਥੱਲੇ ਵੜ ਗਿਆ ਟਰੱਕ ਦੇ, ਮੈਨੂੰ ਪਤਾ ਕਿੱਥੇ ਕੈਰੀਅਰ ਬੈਰਿੰਗ। ਉਹ ਜਦੋਂ ਮੈਂ ਦੇਖਿਆ ਉਹਦੀ ਰਬੜ ਬਾਹਰ ਆਈ ਸਾਰੀ ਕੈਰੀਅਰ ਬੈਰਿੰਗ ਦੀ, ਮੋਸਟਲੀ ਰਬੜ ਨਹੀਂ ਆਉਂਦੀ ਬਾਹਰ ਜਦੋਂ ਬੈਰਿੰਗ ਟੁੱਟਦਾ, ਉਹ ਇਕੱਲਾ ਵਾਈਬ੍ਰੇਸ਼ਨ ਕਰਦਾ ਟਰੱਕ। ਉਹ ਬਾਅਦ 'ਚ ਅਸੀਂ ਕਹਿੰਦਾ ਜੀ ਲਵਾਂਗੇ 16 ਫੁੱਟ ਅੰਦਰ। ਤੇ ਉਹ ਬੋਲ ਕੇ ਨਾ ਕਵੇ ਮੈਨੂੰ, ਇਹਦਾ ਜਿਹੜਾ ਮਕੈਨਿਕ ਸੀਗਾ ਖੜਾ ਉੱਥੇ ਲਿਖ ਕੇ ਮੈਨੂੰ ਕਹਿੰਦਾ ਵੀ ਤੁਸੀਂ ਫੋਨ ਤੇ ਲਿਖ ਕੇ ਦਿਖਾ ਲਿਆ।
ਵੀ ਰਿਕਾਰਡ ਨਾ ਕਰ ਲੈਣ। ਫਿਰ ਮੇਰਾ ਫਰੈਂਡ ਸੀ ਸਪੈਨਿਸ਼ ਬੋਲਦਾ ਸੀਗਾ, ਉਹਨੇ ਗੱਲ ਕੀਤੀ। ਉਹ ਜਦੋਂ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਉਹ ਸਾਰਾ ਸਾਨੂੰ ਪਤਾ ਲੱਗ ਗਿਆ ਵੀ ਹੈਪਨ ਕੀ ਹੋਇਆ, ਤੇ ਸਾਡਾ 800 ਡਾਲਰ ਦਾ ਕੰਮ ਨਿਬੜਿਆ ਉਹਨਾਂ ਜਿੱਦਾਂ ਕਰਾ ਕੇ। ਪਰ ਉਹਨੇ ਮੈਨੂੰ ਕੋਈ ਪੇਪਰ ਨਹੀਂ ਦਿੱਤਾ ਬਾਅਦ ਚ ਕਲੀਅਰੈਂਸ ਦਾ। ਉਹ ਨੈਕਸਟ ਵੀਕ ਮੇਰਾ ਦੂਜਾ ਟਰੱਕ ਕੱਢ ਲਿਆ ਜਿੱਦਾਂ। ਉਹ ਮੁੜ ਕੇ ਮੈਂ ਆਪਣੇ ਉਹਨੂੰ ਜਿੱਦਾਂ ਅਸੀਂ ਸਟਿੱਕਰ ਲਵਾ ਲਿਆ ਇੰਸਪੈਕਸ਼ਨ ਕਰਾ ਕੇ, ਫਿਰ ਇਹਨੂੰ ਪੁਲਿਸ ਵਾਲਾ ਕਰਦਾ ਜਿੱਦਾਂ ਰਿਟਾਇਰ ਹੋਏ ਆ। ਉਹ ਕਹਿੰਦਾ ਵੀ ਮੇਰੀ ਇੰਸਪੈਕਸ਼ਨ ਕੀਤੀ ਜਿੱਦਾਂ ਸਾਲ ਦੀ, ਤੁਹਾਨੂੰ ਕੋਈ ਰੈਟਿਕ ਨਹੀਂ ਕਰ ਸਕਦਾ ਜਿੱਦਾਂ। ਜਿਹੜੇ ਜਦੋਂ ਬੁਸ਼ਿੰਗ ਦੀ ਹੋਈ ਉਹਨੇ ਅਗਲੇ ਵੀਕ ਮੇਰਾ ਰੈਟਿਕ ਕਰਤਾ ਟਰੱਕ। ਜਦੋਂ ਅਸੀਂ ਉਹਨੂੰ ਸਟਿੱਕਰ ਦਿਖਾ ਲਿਆ ਤੇ ਉਹ ਸਾਨੂੰ ਉਹਨੇ ਪੇਪਰ ਮੇਰੇ ਡਰਾਈਵਰ ਤੋਂ ਲੈ ਲਿਆ, ਉਹਨੂੰ ਕਹਿੰਦੇ ਚੱਲ ਜਾ। ਉਹ ਮੁੜ ਕੇ ਪੇਪਰ ਸਾਨੂੰ ਦਿੱਤਾ ਹੀ ਨਹੀਂ, ਅਸੀਂ ਉਦੇ ਸਕੇਲ ਤੋਂ ਟਰੱਕ ਲੈ ਕੇ ਆਏ ਸੀ। ਏਦਾਂ ਹੈਪਨ ਹੋਇਆ ਸੀਗਾ। ਚਲੋ ਠੀਕ ਹੈ, ਥੈਂਕ ਯੂ ਵੀਰ ਜੀ। ਹਾਂ, ਇਹਦੇ ਕਰਕੇ ਮੈਂ ਜਿੱਦਾਂ ਵੀ ਮੇਕ ਸ਼ੋਰ ਕਰੋ ਆਪਣਾ, ਤੁਸੀਂ ਟਰੱਕ ਚੈੱਕ ਕਰਕੇ ਕੈਰੀਅਰ ਬੈਰਿੰਗ ਮੇਕ ਸ਼ੋਰ ਕਰੋ ਪਹਿਲਾਂ। ਜਦੋਂ ਫੋਟੋ ਫਾਟੋ ਖਿੱਚੀ ਹੋਵੇ ਚੱਲ ਜਾਓ, ਨੋ ਪ੍ਰੋਬਲਮ। ਜੇ ਖਰਾਬ ਤਾਂ ਪਵਾ ਲਓ, ਪਰ ਸਾਡੇ ਨਾਲ ਏਦਾਂ ਹੋਈ ਸੀ ਜਿੱਦਾਂ ਉੱਥੇ। ਠੀਕ ਹੈ ਜੀ, ਥੈਂਕ ਯੂ ਵੀਰ ਜੀ ਦੱਸਣ ਦੇ ਲਈ। ਥੈਂਕ ਯੂ ਜੀ, ਓਕੇ ਜੀ, ਧੰਨਵਾਦ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਜਿਹੜਾ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਜਿਹੜੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਗਲੀ ਵਾਰ। ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।